अमरदास परसिए पोहम पातक बिनासै। गुर अमरदास परसिए सिद्ध साधक आसास है। गुर अमरदास परसिए ध्यान लइए पौ मुकए। गुर अमरदास परसिए अपौ लबै गो चुकए। एक बिन दुगण जो तौर है। एक बिन दुगण जो तौर है। जा सुमंतर मानवा लहे। जाल पा पदार्थ इतड़े। गुर अमरदास डिठै मिले। आप मुकुत मोहि तारे जी। ऐसे गुरां तो बल बल जाइए। आप मुकुत मोहि तारे जी। ऐसे गुरां तो बल बल जाइए। आप मुकुत मोहि तारे जी। ऐसे गुरां तो बल बल जाइए। आप मुकुत मोहि तारे जी। ऐसे गुरां तो बल बल जाइए। आप मुकुत मोहि तारे जी। ऐसे गुरां तो बल बल जाइए। आप मुकुत मोहि तारे जी। ऐसे गुरां तो बल बल जाइए। ऐसे गुरां तो बल बल। ऐसे गुरां तो बल बल जाइए। 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 बल बल। बल बल जाइए। 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 आप मुकत मोहे तारे जी। ऐसे गुरां तो बल बल। आप मुकत मोहे तारे जी। ऐसे गुरां तो बल बल जाइए। आप मुकत मोहि तारे जी। ऐसे गुरां तो बल बल जाइए। आप मुकत मोहि तारे जी। ऐसे गुरां तो बल बल जाइए। आप मुकत मोहि तारे जी। ऐसे गुरां तो बल बल जाइए। आप मुकत मोहि तारे जी। ऐसे गुरां तो बल बल जाइए। जी सौ चंदा युग वै सूरज चढ़े याद इते चानण होंदिया। गुर बिन कोर अकाज। गुर बिन घोर अंधार। गुरु बिन समझ न आवे। गुर बिन सुरत न सिद्ध। गुरु बिन मुक्त न पावे। जितने भी आप माई भाई नींदरा का त्याग करके गुरु चरणों में पहुंचे हो, आओ कुछ मिनटां वास्ते आपो अपने ख्यालों नूं मन विरतियां नूं शब्द विचार दे नाल जोड़न की खेचल करो। सारी संगत के चरणों में बेनती है भी टका बना के रखो। जिथे जिथे भी बैठे हो सज जो कुछ आपां सुन के समझ के जाइए। आओ सारियां तो पहला गुरु फतेह की सांझ पाओ। सारे आखो जी वाहेगुरु जी का खालसा वाहेगुरु जी की फतेह। आप जी नगर निवासी छाजली संगत ने रल मिल के गुरुद्वारा साहिब प्रबंधक कमेटी ने
ਜੋ 3 ਦਿਨਾਂ ਦਾ ਗੁਰਮਤਿ ਸਮਾਗਮ ਰੱਖਿਆ ਸੀ, ਸੋ ਅੱਜ ਤੀਸਰੇ ਦਿਨ ਦੀ ਹਾਜ਼ਰੀ ਆਪਾਂ ਭਰ ਰਹੇ ਹਾਂ। ਬੰਦੇ ਦੀ ਜ਼ਿੰਦਗੀ ਦੇ ਵਿੱਚ ਬੜੇ ਉਤਰਾ ਚੜਾ, ਦੁੱਖ ਸੁੱਖ, ਖੁਸ਼ੀਆਂ ਗਮੀਆਂ, ਗਰੀਬੀ ਅਮੀਰੀ ਆਉਂਦੀ ਹੈ, ਬਹੁਤ ਉਤਰਾ ਚੜਾ ਆਉਂਦੇ ਨੇ। ਪਰ ਜੇ ਕਿਤੇ ਮਨੁੱਖ ਗੁਰੂ ਤੋਂ ਸੋਝੀ ਲੈਂਦਾ ਰਹੇ, ਗੁਰੂ ਦੇ ਨਾਲ ਜੁੜਿਆ ਰਹੇ, ਗੁਰੂ ਤੋਂ ਗਿਆਨ ਲੈਂਦਾ ਰਹੇ, ਗੁਰੂ ਤੋਂ ਸਮਝ ਲੈਂਦਾ ਰਹੇ, ਬਹੁਤ ਸਾਰੀਆਂ ਮੁਸੀਬਤਾਂ ਤੋਂ, ਔਖੇ ਸਮੇਂ ਤੋਂ ਸਤਿਗੁਰੂ ਬਚਾ ਲੈਂਦਾ ਹੈ। ਗੁਰੂ ਆਪ ਸਿੱਖ ਦਾ ਮਾਰਗ ਦਰਸ਼ਕ ਬਣ ਕੇ ਉਹਦਾ ਸਹਾਈ ਹੁੰਦਾ ਹੈ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸਤਿਗੁਰ ਹਮੇਸ਼ਾ ਆਪਣੇ ਸਿੱਖ ਦਾ ਭਲਾ ਇਉਂ ਲੋਚਦਾ ਹੈ ਜਿਵੇਂ ਮਾਂ ਪਿਓ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਨੇ। ਗੁਰੂ ਹਮੇਸ਼ਾ ਆਪਣੇ ਸਿੱਖ ਦਾ ਭਲਾ ਚਾਹੁੰਦਾ ਹੈ, ਪਰ ਸਿੱਖ ਪੱਲਾ ਛਡਾਉਂਦਾ ਹੈ ਆਪਣਾ ਗੁਰੂ ਤੋਂ। ਸਿੱਖ ਗੁਰੂ ਤੋਂ ਦੂਰ ਭੱਜਦਾ ਹੈ ਤੇ ਗੁਰੂ ਆਪਣੇ ਸਿੱਖ ਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਗੁਰੂ ਜੋ ਗੱਲ ਕਹਿੰਦਾ ਹੈ ਸਿੱਖ ਨੂੰ, ਸਿੱਖ ਦੇ ਫਾਇਦੇ ਦੀ ਕਹਿੰਦਾ ਹੈ, ਸਿੱਖ ਦੇ ਭਲੇ ਦੀ ਕਹਿੰਦਾ ਹੈ, ਪਰ ਬੇਸਮਝੀ ਹੋਣ ਕਰਕੇ, ਭੁੱਲ ਹੋਣ ਕਰਕੇ, ਅਗਿਆਨ ਹੋਣ ਕਰਕੇ ਸਿੱਖ ਨੂੰ ਇਹ ਨਹੀਂ ਪਤਾ ਲੱਗਦਾ ਵੀ ਮਹਾਰਾਜ ਹਰ ਗੱਲ ਮੇਰੇ ਫਾਇਦੇ ਦੀ ਕਰਦੇ ਨੇ। ਜੇ ਕਿਤੇ ਅੰਮ੍ਰਿਤ ਛਕਣ ਨੂੰ ਕਹਿੰਦੇ ਨੇ ਮਹਾਰਾਜ, ਉਹਦੇ ਵਿੱਚ ਵੀ ਸਾਡਾ ਭਲਾ ਹੈ। ਜੇ ਨਸ਼ੇ ਛੱਡਣ ਨੂੰ ਕਹਿੰਦੇ ਨੇ, ਉਹਦੇ ਵਿੱਚ ਵੀ ਸਾਡਾ ਭਲਾ ਹੈ। ਜੇ ਸਮਾਜ ਵਿੱਚ ਭਾਈਚਾਰੇ ਵਿੱਚ ਮਿਲ ਕੇ ਰਹਿਣ ਦੀ ਗੱਲ ਕਰਦੇ ਨੇ ਨਾ, ਉਹਦੇ ਵਿੱਚ ਵੀ ਸਾਡਾ ਭਲਾ ਹੈ। ਜੇ ਮਹਾਰਾਜ ਇਹ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ, ਇਹਦੇ ਵਿੱਚ ਵੀ ਸਾਡਾ ਭਲਾ ਹੈ। ਮਹਾਰਾਜ ਜਿਹੜਾ ਵੀ ਬਚਨ ਕਰਦੇ ਨੇ ਆਪਣੇ ਸਿੱਖ ਦੇ ਫਾਇਦੇ ਦਾ ਕਰਦੇ ਨੇ, ਸਿੱਖ ਦੇ ਭਲੇ ਦਾ ਕਰਦੇ ਨੇ। ਪਰ ਸਿੱਖ ਜਿਹੜਾ ਹੈ ਉਹ ਦੂਰ ਦੂਰ ਜਾਂਦਾ ਹੈ ਗੁਰੂ ਤੋਂ, ਆਪਣਾ ਆਪਾ ਛਡਾਉਂਦਾ ਹੈ। ਕਈ ਇਹਦੇ ਅੰਦਰ ਬਕਾਰ ਛਾਪਲੇ ਹੁੰਦੇ ਨੇ, ਬੁਰਾਈਆਂ ਛਾਪਲੀਆਂ ਹੁੰਦੀਆਂ ਨੇ, ਉਹ ਗੁਰੂ ਤੋਂ ਦੂਰ ਲੈ ਕੇ ਜਾਂਦੀਆਂ ਨੇ। ਜਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਕਿੰਨਾ ਕੋਸ਼ਿਸ਼ ਕਰਦੇ ਹੋ ਸਮਝਾਉਣ ਦੀ, ਤੁਹਾਡੇ ਸਮਝਾਉਣ ਦੇ ਬਾਵਜੂਦ ਵੀ, ਕਹਿਣ ਦੇ ਬਾਵਜੂਦ ਵੀ ਬੱਚੇ ਤੁਹਾਡੇ ਤੋਂ ਦੂਰ ਭੱਜਦੇ ਨੇ। ਮਿੱਤਰਾਂ ਦੋਸਤਾਂ ਦੀ ਗੱਲ ਸੁਣਦੇ ਨੇ, ਮਾਂ ਪਿਓ ਦੀ ਨਹੀਂ ਸੁਣਦੇ। ਹਾਲਾ ਮਾਂ ਪਿਓ ਤੋਂ ਵੱਧ ਬੱਚੇ ਦਾ ਹਮਦਰਦ ਨਹੀਂ ਕੋਈ ਹੁੰਦਾ। ਬੱਚੇ ਦੇ ਭਲੇ ਦੀ, ਉਹਦੇ ਫਾਇਦੇ ਦੀ ਗੱਲ ਮਾਂ ਪਿਓ ਤੋਂ ਵੱਧ ਕੇ ਨਹੀਂ ਸੋਚ ਸਕਦਾ ਕੋਈ ਮਿੱਤਰ ਦੋਸਤ। ਪਰ ਫਿਰ ਵੀ ਬੱਚੇ ਚਾਹੁੰਦੇ ਨੇ, ਮਾਂ ਪਿਓ ਤੋਂ ਦੂਰ ਭੱਜਦੇ ਨੇ। ਮਾਂ ਪਿਓ ਇਸ ਸੋਚ ਕੇ ਮਨ ਸਮਝਾ ਲੈਂਦੇ ਨੇ ਵੀ ਕਮਲਾ ਹੈ, ਮੂਰਖ ਹੈ, ਸਾਡੀ ਗੱਲ ਸੁਣਦਾ ਨਹੀਂ, ਸਾਡਾ ਬਚਨ ਮੰਨਦਾ ਨਹੀਂ। ਐਸੇ ਤਰੀ ਮਹਾਰਾਜ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ, ਕਹਿੰਦੇ ਗੁਰੂ ਤਾਂ ਭਲਾ ਕਰਦਾ ਸਿੱਖ ਦਾ। ਤੁਮ ਕਰਹੁ ਭਲਾ ਹਉ ਭਲੋ ਨਾ ਜਾਣੈ, ਤੂੰ ਸਦਾ ਸਦਾ ਦਿਆਲਾ। ਸਤਿਗੁਰੂ ਜੀ ਸਦਾ ਹੀ ਦਿਆਲੂ ਕਿਰਪਾਲੂ ਨੇ, ਸਾਡੇ ਫਾਇਦੇ ਦੀ ਗੱਲ ਕਰਦੇ ਨੇ, ਸਾਡੇ ਭਲੇ ਦੀ ਗੱਲ ਕਰਦੇ ਨੇ। ਜੇ ਸੇਵਾ ਕਰਨ ਨੂੰ ਕਹਿੰਦੇ ਨੇ, ਉਹਦੇ ਵਿੱਚ ਵੀ ਸਾਡਾ ਫਾਇਦਾ ਹੈ। ਜੇ ਬਾਣੀ ਪੜ੍ਹਨ ਨੂੰ, ਨਿਤਨੇਮ ਕਰਨ ਨੂੰ ਮਹਾਰਾਜ ਕਹਿੰਦੇ ਨੇ, ਉਹਦੇ ਵਿੱਚ ਵੀ ਸਿੱਖ ਦਾ ਭਲਾ ਹੈ। ਜੇ ਵੰਡ ਕੇ ਛਕਣ ਨੂੰ ਕਹਿੰਦੇ ਨੇ, ਇਹਦੇ ਵਿੱਚ ਵੀ ਸਿੱਖ ਦਾ ਭਲਾ ਹੈ। ਹਰ ਵਿਚਾਰ ਗੁਰੂ ਆਪਣੇ ਸਿੱਖ ਦੇ ਫਾਇਦੇ ਦੀ ਗੱਲ ਕਰਦਾ ਹੈ। ਪਰ ਸਿੱਖ ਗੁਰੂ ਤੋਂ ਦੂਰ ਦੂਰ ਜਾਂਦਾ ਹੈ, ਭੱਜਦਾ ਹੈ। ਪਰ ਮਹਾਰਾਜ ਭਲਾ ਚਾਹੁੰਦੇ ਨੇ।
सतगुर सिख का पर्दा ढाकै गुर का सिख विकार ते हटै। सतगुर सिख को नाम धन दे गुर का सिख बड़ भागी है। सतगुर सिख का हलत पलत सवारै नानक सतगुर सिख को जी नाल संवारै। जी ला के सिख दा जीवन घड़दा गुरु। जिद्दां कोई कारीगर फर्नीचर बनाउंदा, सोफे बनाउंदा, टेबल बनाउंदा, बैड बनाउंदा, जी ला के जदों करदा फिर वो चीज़ां हसदियां नज़र आउंदियां ने। कारीगर दे हत्थ लगे हुंदे ने कामल दे। ऐसे तरी सतगुरु जी नाल संवारदा, सिख दे अंदरों बकार कढदा, बिंगवल कढ के ना सीधा कर दिंदा। पर लकड़ी दा फर्नीचर तां ही बनदा जे कारीगर दे हत्थ च आवे लकड़ी। जे कारीगर दे हत्थ चों निकल भजदी है लकड़ी, ओहदा कुछ नहीं बन सकदा। ऐसे तरी सिख जदों ना अपना मन गुरु दे अगे अर्पण कर दिंदा, मन विच है सतगुर कै पास तिस सेवक के कारज रास। महाराज भी इदां ही कहंदे ने। महाराज कहंदे ने सिखा मैनू तेरे तन की लोड़ नहीं, मैनू तेरे मन की लोड़ है। असीं कहने आ महाराज नूं रुमाले चढ़ाउणे ने, प्रशाद चढ़ाउणा है, पैसा चढ़ाउणा है, असीं महाराज नूं आ चीज़ां चढ़ाउणियां ने। महाराज कहंदे मैनू तां तेरे मन की लोड़ है। जे दे सकदा सिखा अपना मन दे दे मैनू। आ जिहड़ियां चीज़ां तूं चुक्की फिरदा इन्हां दी मैनू कोई बहुती लोड़ नहीं, मैनू तां तेरा मन चाहीदा है। पर मन लुको के रखदा है अपने मन नूं। मन गुरु नूं वेचदा नहीं है, मन गुरु दे अर्पण नहीं करदा। तन मन धन सब सौंप गुर को हुक्म मन्निए पाईए। आओ आपां रात विचार करदे सी बाबा अमरदास जी गुरु अंगद जी की संगत दे विच जाके गुरु अमरदास जी बन गए। रात वाले दीवान च आपां विचार कीती सी। ते हुण गुरु अमरदास जी उन्हां नूं गुरु अंगद साहिब ने गुरियाई बख्शिश कर दी सेवा तो खुश हो के। 72 साल की उम्र विच गुरु की शरण विच गए सन। 12 साल सेवा की। 84 साल की उम्र दे विच गुरु अमरदास जी बने। जिथे गोइंदवाल साहिब बनया होया ना, इत्थे दे रहन वाला एक गोंदा खत्तरी सी। वो गुरु अंगद जी दे कोल आया सी, महाराज मैं पिंड वसाना चाहुंदा पर वसदा नहीं। शरीक मेरे जिहड़े ने रात नूं घर ढा जांदे ने पाए होए मकान, तुसीं किरपा करो। फिर गुरु अंगद साहब जी ने गुरु अमरदास जी नूं तोरिया, कहंदे तूं जा अमरदास पिंड वसा। ते गुरु अमरदास जी ने ब्यास दरिया के किनारे पिंड वसाया। जिन्हें अपनी जमीन दिती सी पिंड वसाउण वास्ते गुरु घर नूं, ओहदा नाम सी गोंदा। गोंदे दे नां ते गोइंदवाल पिंड वसाया। पिंड दा नां रखिया गोइंदवाल। दरिया ब्यास के किनारे कंढे ते वसाया। रौनकां लग गईयां जदों गुरु जी आ गए, सतसंग होण लग गया, लंगर अतुट चलदे ने गुरु दे। संगतां आके दर्शन करदियां ने गुरु अमरदास जी दे। वडेरी उम्र है गुरु अमरदास जी दी। सेवा इन्नी कीती सी गुरु अमरदास जी ने बई हुण बुढ़े हो गए, पता नहीं अगे कुछ जिंदगी का समा बाकी बचदा है कि ना, भी जल्दी जल्दी बहुत उन्होंने सेवा की, सिमरन किया ते सेवा की। ये दो जिहड़े ने ना सेवा ते सिमरन, जिवें पंछी नूं उड्डण दे वास्ते दो फंगां दी जरूरत हुंदी है। पंछी दे जे एक खंभ होवे ना, एक ना होवे एक साइड ते, वो उड़ नहीं सकदा। पंछी उडारी तां ही उड़ान भर सकदा है जे दो पासे दोने साइडां ते दो खंभ होण पंछी दे।
ਐਸੇ ਤਰ੍ਹਾਂ ਹੀ ਸਿੱਖ ਵੀ ਆਤਮਿਕ ਮੰਡਲਾਂ ਦੇ ਵਿੱਚ ਉਡਾਰੀਆਂ ਤਾਂ ਲਾ ਸਕਦਾ ਹੈ ਜੇ ਸਿੱਖ ਦੇ ਕੋਲੇ ਦੋ ਖੰਭ ਹੋਣ। ਇਹ ਦੋ ਖੰਭ ਦਿੱਤੇ ਨੇ ਮਹਾਰਾਜ ਨੇ, ਇੱਕ ਖੰਭ ਹੈ ਸੇਵਾ ਦਾ ਤੇ ਦੂਜਾ ਖੰਭ ਹੈ ਸਿਮਰਨ ਦਾ। ਸਿਮਰਨ ਮਤਲਬ ਗੁਰਬਾਣੀ ਤੇ ਸੇਵਾ ਸੰਗਤ ਦੀ, ਗੁਰੂ ਘਰ ਦੀ ਸੇਵਾ। ਇਹ ਸੇਵਾ ਤੇ ਸਿਮਰਨ ਦੇ ਦੋ ਖੰਭ ਨੇ। ਜਿਹੜਾ ਸਿੱਖੇ ਖੰਭ ਲਾ ਲੈਂਦਾ, ਲੈ ਲੈਂਦਾ ਸਤਿਗੁਰ ਤੋਂ, ਤੇ ਉਹ ਫਿਰ ਆਤਮਿਕ ਮੰਡਲਾਂ ਦੇ ਵਿੱਚ ਉਡਾਰੀਆਂ ਲਾਉਂਦਾ ਹੈ। ਜਦੋਂ ਆਏ ਸੀ ਇਹੀ ਦਾਤ ਮੰਗੀ ਸੀ ਗੁਰੂ ਅੰਗਦ ਸਾਹਿਬ ਤੋਂ ਬਾਬੇ ਅਮਰਦਾਸ ਨੇ, ਇਹੀ ਮੰਗਿਆ ਸੀ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, 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 ਬਖਸ਼ੀ ਗੁਰ ਮੇਰਿਆ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ, ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ। ਬੋਲੋ ਭੈਣੋ, ਬਖਸ਼ੀ ਗੁਰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ, ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਬੋਲੋ ਜੈ ਜੂ, ਸੇਵਾ ਤੇ ਸਿਮਰਨ ਮੈਨੂੰ, 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 ਬਖਸ਼ੀ ਗੁਰ ਮੇਰਿਆ 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 ਸੇਵਾ ਤੇ ਸਿਮਰਨ ਮੈਨੂੰ। ਇਹ ਦਾਤਾਂ ਮੰਗੀਆਂ ਸੀ ਗੁਰੂ ਅਮਰਦਾਸ ਜੀ ਨੇ। ਉਹੀ ਸੇਵਾ ਤੇ ਸਿਮਰਨ ਦੀ ਦਾਤ ਲੈ ਕੇ ਗੋਇੰਦਵਾਲ ਵਸਾਇਆ ਤੇ ਦੂਰੋਂ ਦੂਰੋਂ ਸੰਗਤਾਂ ਆ ਕੇ ਸੇਵਾ ਕਰਦੀਆਂ ਨੇ। ਨਵੇਂ ਮਕਾਨ ਬਣ ਰਹੇ ਨੇ, ਲੰਗਰ ਦਿਨ ਰਾਤ ਚੱਲਦਾ ਹੈ ਗੁਰੂ ਦਾ। ਦੂਰ ਦੁਰਾਡਿਆਂ ਤੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਕਾਬਲ ਤੋਂ ਸੰਗਤ ਚੱਲੀ, ਸਿਆਲ ਦੇ ਦਿਨ ਸਨ, ਸਰਦੀਆਂ ਦੇ। ਗੁਰੂ ਘਰ ਦੀ ਸੇਵਾ ਦੇ ਵਿੱਚ ਫਿਰ ਆਪੋ ਆਪਣਾ ਦਸਬੰਧ ਲੈ ਕੇ, ਵਧੀਆ ਵਸਤਰ ਕੱਪੜੇ ਲੈ ਕੇ, ਜਿੱਦਾਂ ਜਿੱਦਾਂ ਦੀ ਸ਼ਰਧਾ ਕਿਸੇ ਦੀ ਹੁੰਦੀ ਹੈ। ਕਾਬਲ ਤੋਂ ਸੰਗਤ ਚੱਲਦੀ ਹੈ, 200 ਸਰੀਰ। ਕਾਬਲ ਤੋਂ ਚੱਲੀ ਹੈ ਸੰਗਤ, ਮਾਈਆਂ ਵੀ ਨੇ, ਭਾਈ ਵੀ ਨੇ, ਬੱਚੇ ਵੀ ਨੇ। ਲਾਹੌਰ ਸ਼ਹਿਰ ਅੱਪੜ ਗਏ। ਜਦੋਂ ਲਾਹੌਰ ਸ਼ਹਿਰ ਪਹੁੰਚ ਗਏ ਤੇ ਸਰਦੀ ਵੀ ਪੈ ਰਹੀ ਹੈ, ਨਾਲ ਕਣੀਆਂ ਵੀ ਪੈ ਰਹੀਆਂ ਨੇ। ਸਿਆਲ ਦੇ ਦਿਨਾਂ 'ਚ ਕਣੀਆਂ ਪੈ ਰਹੀਆਂ ਨੇ। ਧਰਮਸ਼ਾਲਾ ਬੰਦ ਹੋ ਗਈ ਹੈ। ਪੁੱਛਿਆ ਕਿਸੇ ਨੂੰ ਵੀ ਕੋਈ ਖੁੱਲਾ ਕਿਸੇ ਦਾ ਘਰ, ਕਿਸੇ ਦਾ ਮਕਾਨ ਹੋਵੇ, ਸੰਗਤ ਉਹਦੇ ਵਿੱਚ ਆਰਾਮ ਕਰ ਸਕੇ।
ਆ ਜਿਹੜੀ ਤਿਲ ਫੁੱਲ ਅਸੀਂ ਲੈ ਕੇ ਆਏ ਆ, ਬਸਤਰ ਕੱਪੜੇ ਆਦਿਕ, ਇਹ ਚੀਜ਼ਾਂ ਗਿੱਲੀਆਂ ਨਾ ਹੋ ਜਾਣ, ਕਣੀਆਂ 'ਚ ਭਿੱਜ ਨਾ ਜਾਣ, ਕਿਤੇ ਥੋੜਾ ਬਹੁਤਾ ਥਾਂ ਮਿਲ ਜਾਵੇ। ਆ ਗਠੜੀਆਂ ਸਮਾਨ ਰੱਖ ਦਈਏ। ਕਿਸੇ ਨੇ ਦੱਸਿਆ, ਕਹਿੰਦੇ ਕੁਰੇ ਗੰਗਾ ਸ਼ਾਹ ਅਮੀਰ ਬੰਦਾ ਹੈ, ਬਹੁਤ ਵੱਡੀ ਹਵੇਲੀ ਹੈ ਉਹਦੀ ਪਾਈ ਹੋਈ, ਉਹਦੇ ਘਰ ਚਲੇ ਜਾਓ, ਪੁੱਛ ਲਓ, ਜੇ ਉਹ ਹੈ ਧਾੜ ਵਜਾਈਏ ਬੰਦਾ। ਤੇ ਉਹ ਸੰਗਤ ਚਲੀ ਗਈ, ਦਰਵਾਜ਼ਾ ਉਹਨੇ ਬੰਦ ਕੀਤਾ ਹੋਇਆ ਸੀ ਹਵੇਲੀ ਦਾ। ਬਾਹਰ ਖਟਖਟਾਇਆ ਜਾ ਕੇ, ਅੰਦਰੋਂ ਬੋਲਿਆ, ਕੌਣ ਹੈ ਬਈ, ਕੀ ਕੰਮ ਹੈ? ਕਹਿੰਦੇ ਸ਼ਾਹ ਜੀ ਬਾਹਰ ਖੋਲੋ। ਕਹਿੰਦੇ ਨਹੀਂ, ਬਾਹਰ ਬਾਅਦ ਵਿੱਚ ਖੋਲਾਂਗਾ, ਦੱਸੋ ਕੌਣ ਹੋ, ਤੁਹਾਨੂੰ ਕੀ ਕੰਮ ਹੈ? ਉਹਨਾਂ ਨੇ ਫਿਰ ਦੱਸਿਆ ਸੰਗਤ ਨੇ, ਕਹਿੰਦੇ ਅਸੀਂ ਕਾਬਲ ਤੋਂ ਆਏ ਆ, ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਚੱਲੇ ਆ। ਸਾਨੂੰ ਕੁਝ ਜਗ੍ਹਾ ਤੇਰੀ ਹਵੇਲੀ ਵਿੱਚ ਮਿਲ ਜਾਵੇ, ਬੱਚੇ ਨੇ ਸਾਡੇ ਨਾਲ, ਬੀਬੀਆਂ ਨੇ, ਸਮਾਨ ਹੈ, ਕੁਝ ਕਣੀਆਂ ਬਾਹਰ ਪੈ ਰਹੀਆਂ ਨੇ। ਗੁੱਸੇ ਹੋ ਕੇ ਬੋਲਿਆ ਗੰਗਾ ਸ਼ਾਹ, ਕਹਿੰਦਾ ਤੁਹਾਡੇ ਵੇਲੜਾਂ ਲਈ, ਤੁਹਾਡੇ ਵੇਲੜਾਂ ਲਈ ਮੇਰੇ ਘਰ ਵਿੱਚ ਕੋਈ ਥਾਂ ਨਹੀਂ। ਏਦਾਂ ਨਹੀਂ ਆਈ ਦਿਮਾਗ ਵਿੱਚ ਵੀ ਸੰਗਤ ਹੈ, ਸੰਗਤ ਦੇ ਵਿੱਚ ਵਾਹਿਗੁਰੂ ਵਸਦਾ ਹੈ, ਸੰਗਤ ਦੇ ਵਿੱਚ ਪਰਮੇਸ਼ਰ ਦਾ ਵਸ ਹੈ। ਹਉ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪ੍ਰੀਤਮ ਪਿਆਰਾ ਮਿਲੇ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਹੀ ਪਰਮੇਸ਼ਰ ਵਸਦਾ। ਜੇ ਕਿਸੇ ਨੇ ਪਰਮੇਸ਼ਰ ਦੀ ਖੁਸ਼ੀ ਲੈਣੀ ਹੈ, ਫਿਰ ਕੀ ਕਰਨਾ ਪੈਣਾ ਹੈ? ਸੰਗਤ ਦੀ ਖੁਸ਼ੀ, ਸੰਗਤ ਦੀਆਂ ਅਸੀਸਾਂ। ਸੰਗਤ ਦੀ ਖੁਸ਼ੀ ਮਿਲ ਗਈ ਤਾਂ ਪਰਮੇਸ਼ਰ ਦੀ ਖੁਸ਼ੀ ਮਿਲ ਜਾਂਦੀ ਹੈ। ਸੰਗਤ ਦੇ ਵਿੱਚ ਵਾਹਿਗੁਰੂ ਆਪ ਵਸਦਾ ਹੈ। ਕਹਿੰਦਾ ਤੁਸੀਂ ਵਿਹਲੜ ਲੋਕ, ਮੂੰਹ ਚੱਕਿਆ ਕਦੇ ਕਿੱਧਰੇ ਉਡਲੇ, ਮੂੰਹ ਚੱਕਿਆ ਕਦੇ ਕਿੱਧਰ ਉਡਲੇ, ਤੁਹਾਨੂੰ ਵਿਹਲੜਾਂ ਨੂੰ ਕੰਮ ਨਹੀਂ ਕੋਈ। ਤੁਹਾਡੇ ਵਰਗੇ ਵਿਹਲੜਾਂ ਲਈ ਮੇਰੇ ਘਰ ਵਿੱਚ ਕੋਈ ਥਾਂ ਨਹੀਂ, ਚਲੇ ਜਾਓ। ਉਹਨਾਂ ਨੇ ਹੱਥ ਜੋੜੇ ਸਿੱਖਾਂ ਨੇ, ਕਹਿੰਦੇ ਸ਼ਾਹ ਜੀ ਇੰਨਾ ਗੁੱਸੇ ਨਾ ਹੋਵੋ, ਚਲੋ ਜੇ ਸਾਨੂੰ ਨਹੀਂ ਰੱਖ ਸਕਦੇ, ਸਾਡੇ ਕੋਲੇ ਆ ਸਮਾਨ ਹੈ, ਗੁਰੂ ਘਰ ਦੀ ਭੇਟਾ ਲੈ ਕੇ ਆਏ ਆ। ਇੱਕ ਕਮਰੇ ਵਿੱਚ ਸਮਾਨ ਹੈ, ਰਖਾ ਲਓ, ਗਠੜੀਆਂ ਸਾਡੀਆਂ ਭਿੱਜਣ ਤੋਂ ਬਚ ਜਾਣ। ਹੋਰ ਗੁੱਸੇ ਹੋ ਕੇ ਬੋਲਿਆ, ਨਹੀਂ ਨਹੀਂ ਨਹੀਂ, ਦੌੜ ਜਾਓ, ਜਿੱਧਰੋਂ ਆਏ ਹੋ ਭੱਜ ਜਾਓ ਮੇਰੇ ਘਰੋਂ। ਭੁੱਲ ਗਿਆ, ਕਿਉਂਕਿ ਜਦੋਂ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ, ਪਰਮੇਸ਼ਰ ਨੂੰ ਭੁੱਲ ਜਾਂਦਾ ਹੈ, ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਫਿਰ ਮਾਣ ਹੰਕਾਰ ਬੰਦੇ ਦੀ ਮੱਤ ਮਾਰ ਦਿੰਦਾ। ਦੋ ਹੀ ਸੇਡਾਂ ਨੇ, ਚੰਗੀ ਵੀ ਸੋਚ ਸਕਦਾ ਹੈ ਬੰਦਾ, ਮਾੜਾ ਵੀ ਸੋਚ ਸਕਦਾ ਹੈ। ਪਰ ਬਾਣੀ ਕਹਿੰਦੀ ਹੈ ਮਾੜਾ ਸੋਚਿਆ ਨਾ ਕਰ। ਬਾਣੀ ਕਹਿੰਦੀ ਹੈ ਪਰਵਤਗਾਰ ਤੋਂ ਡਰਿਆ ਕਰ, ਪਰਮੇਸ਼ਰ ਤੋਂ ਡਰਿਆ ਕਰ। ਰੁੱਖਾ ਨਾ ਬੋਲਿਆ ਕਰ, ਕੌੜਾ ਨਾ ਬੋਲਿਆ ਕਰ, ਉੱਚੇ ਬੋਲ ਨਾ ਬੋਲਿਆ ਕਰ। ਨਾਨਕ ਫਿੱਕਾ ਬੋਲਿਆ, ਤਨ ਬਨ ਫਿੱਕਾ ਹੋਏ। ਪਰ ਜਦੋਂ ਹੰਕਾਰ ਮੱਤ ਮਾਰ ਦਿੰਦਾ ਹੈ, ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਬਾਣੀ ਕਹਿੰਦੀ ਹੈ ਵੀ ਭੁੱਲਣਾ ਨਹੀਂ ਚਾਹੀਦਾ, ਡਰਨਾ ਚਾਹੀਦਾ। ਡਰੀਏ ਉਸ ਮਾਲਕ ਤੋਂ ਜਿਹਨੇ ਖੇਡ ਰਚਾਈ ਜਗ ਦੀ। ਡਰੀਏ ਉਸ ਮਾਲਕ ਤੋਂ ਜਿਹਨੇ ਖੇਡ ਰਚਾਈ ਜਗ ਦੀ। ਡਰੀਏ ਉਸ ਮਾਲਕ ਤੋਂ ਜਿਹਨੇ ਖੇਡ ਰਚਾਈ ਜਗ ਦੀ। ਡਰੀਏ ਉਸ ਮਾਲਕ ਤੋਂ ਜਿਹਨੇ ਖੇਡ ਰਚਾਈ ਜਗ ਦੀ। ਡਰੀਏ ਉਸ ਮਾਲਕ ਤੋਂ ਜਿਹਨੇ ਖੇਡ ਰਚਾਈ ਜਗ ਦੀ। ਡਰੀਏ ਉਸ ਮਾਲਕ ਤੋਂ ਜਿਹਨੇ ਖੇਡ ਰਚਾਈ ਜਗ ਦੀ। ਡਰੀਏ ਉਸ ਮਾਲਕ ਤੋਂ ਖੇਡ ਰਚਾਈ ਜਗ ਦੀ। ਡਰੀਏ ਉਸ ਮਾਲਕ ਤੋਂ ਜਿਹਨੇ ਖੇਲ ਰਚਾਈ ਜਗ ਦੀ। ਡਰੀਏ ਉਸ ਮਾਲਕ ਤੋਂ ਜਿਹਨੇ ਖੇਡ
ਜਿਨੇ ਖੇਲ ਰਚਾਈ ਜਗ ਦੀ ਡਰੀਏ ਉਸ ਮਾਲਕ ਤੋਂ ਜਿਨੇ ਖੇਲ ਰਚਾਈ ਜਗ ਦੀ ਡਰੀਏ ਉਸ ਮਾਲਕ ਤੋਂ ਜਿਨੇ ਖੇਲ ਰਚਾਈ ਜਗ ਦੀ ਸੁਪਨੇ ਦੀ ਝਲਕ ਜਿਹਾ ਬਾਣੀ ਇਹ ਸੰਸਾਰ ਬਤਾਵੇ 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 ਬੰਦਾ ਭੁੱਲ ਬੰਦਗੀ ਨੂੰ ਐਵੇਂ ਕਰੇ ਕੂੜ ਦੇ ਦਾਵੇ ਬੰਦਾ ਭੁੱਲ ਬੰਦਗੀ ਨੂੰ ਐਵੇਂ ਕਰੇ ਝੂਠ ਦੇ ਦਾਵੇ ਬੰਦਾ ਭੁੱਲ ਬੰਦਗੀ ਨੂੰ ਐਵੇਂ ਕਰੇ ਝੂਠ ਦੇ ਦਾਵੇ ਬੰਦਾ ਭੁੱਲ ਬੰਦਗੀ ਨੂੰ ਐਵੇਂ ਕਰੇ ਝੂਠ ਦੇ ਦਾਵੇ ਬੱਚਿਆਂ ਦਾ ਪੁਤਲਾ ਏ ਬੱਚਿਆਂ ਦਾ ਪੁਤਲਾ ਏ ਬੱਚਿਆਂ ਦਾ ਪੁਤਲਾ ਏ ਮਾਨ ਸਤਿਕਾਰ ਕਰੇ ਨਾ ਚੱਜ ਦੀ ਡਰੀਏ ਉਸ ਮਾਲਕ ਤੋਂ ਜਿਹਨੇ ਖੇਡ ਰਚਾਈ ਜਗ ਦੀ ਡਰੀਏ ਉਸ ਮਾਲਕ ਤੋਂ ਜਿਹਨੇ ਖੇਡ ਰਚਾਈ ਜਗ ਦੀ ਡਰੀਏ ਉਸ ਮਾਲਕ ਤੋਂ ਜਿਹਨੇ ਖੇਡ ਰਚਾਈ ਜਗ ਦੀ ਪੁੱਤ ਪਿਆਰੇ ਸਮਝ ਲਏ ਜੀਨਾ ਆਖਰ ਲੰਬੂ ਲਾਉਣਾ ਪੁੱਤ ਪਿਆਰੇ ਸਮਝ ਲਏ ਜੀਨਾ ਆਖਰ ਲੰਬੂ ਲਾਉਣਾ ਪੁੱਤ ਪਿਆਰੇ ਸਮਝ ਲਏ ਜਿਨਾ ਆਖਰ ਲਾਗੂ ਲਾਉਣਾ ਪੁੱਤ ਪਿਆਰੇ ਸਮਝ ਲਏ ਜਿਨਾ ਆਖਰ ਲਾਗੂ ਲਾਉਣਾ ਢਾ ਕੁੱਲੀ ਮਾੜੇ ਦੀ ਫਿਰਦੇ ਆਪਣੇ ਮਹਿਲ ਬਣਾਉਂਦਾ ਢਾ ਕੁੱਲੀ ਮਾੜੇ ਦੀ ਫਿਰਦੇ ਆਪਣੇ ਮਹਿਲ ਬਣਾਉਂਦਾ ਢਾ ਕੁੱਲੀ ਮਾੜੇ ਦੀ ਫਿਰਦੇ ਆਪਣੇ ਮਹਿਲ ਬਣਾਉਂਦਾ ਕੁੱਲੀ ਮਾੜੇ ਦੀ ਫਿਰਦੇ ਆਪਣੇ ਮਹਿਲ ਬਣਾਉਂਦਾ ਤੈ ਤੇਰੀ ਕਰ ਜਾਂਦੀ ਤੈ ਤੇਰੀ ਕਰ ਜਾਂਦੀ ਤੈ ਤੇਰੀ ਢਾ ਤੇਰੀ ਕਰ ਜਾਂਦੀ ਜਦ ਵੀ ਹਵਾ ਕਾਲ ਦੀ ਪੱਕਦੀ ਡਰੀਏ ਉਸ ਮਾਲਕ ਤੋਂ ਜਿਹਨੇ ਖੇਲ ਰਚਾਈ ਜਗ ਦੀ ਡਰੀਏ ਉਸ ਮਾਲਕ ਤੋਂ ਜਿਹਨੇ ਖੇਲ ਰਚਾਈ ਜਗ ਦੀ ਡਰੀਏ ਉਸ ਮਾਲਕ ਤੋਂ ਜਿਹਨੇ ਖੇਲ ਰਚਾਈ ਜਗ ਦੀ ਡਰੀਏ ਉਸ ਮਾਲਕ ਤੋਂ ਜਿਹਨੇ ਖੇਲ ਰਚਾਈ ਜਗ ਦੀ ਡਰੀਏ ਉਸ ਮਾਲਕ ਤੋਂ ਜਿਹਨੇ ਖੇਲ ਰਚਾਈ ਜਗ ਦੀ ਜੀਵਨ ਚੰਨ ਘੜੀਆਂ ਹੈ ਬੰਦੇ ਨੂੰ ਇਹ ਸਚਾਈ ਭੁੱਲੀ ਜੀਵਨ ਚੰਨ ਘੜੀਆਂ ਹੈ ਬੰਦੇ ਨੂੰ ਇਹ ਸਚਾਈ ਭੁੱਲੀ ਜੀਵਨ ਚੰਨ ਘੜੀਆਂ ਹੈ ਬੰਦੇ ਨੂੰ ਇਹ ਸਚਾਈ ਭੁੱਲੀ ਜੀਵਨ ਚੰਨ ਘੜੀਆਂ ਹੈ ਬੰਦੇ ਨੂੰ ਇਹ ਸਚਾਈ ਭੁੱਲੀ ਸਿਰ ਫੂਕੇ ਮੌਤ ਖੜੀ ਖਿੜਕੀ ਨਹੀਂ ਅਕਲ ਦੀ ਖੁੱਲੀ
सिर फूके मौत खड़ी, खिड़की नहीं अकल दी खुली। सिर फूके मौत खड़ी, खिड़की नहीं अकल दी खुली। फूके मौत खड़ी, खिड़की नहीं अकल दी खुली। साड़ू बिच नरकां दे, साड़ू बिच नरकां दे, साड़ू बिच नरकां दे, भट्टी धर्म राज दी मंगदी। डरिए उस मालिक तो जिने खेल रचाई जग दी। डरिए उस मालिक तो जिने खेल रचाई जग दी। डरिए उस मालिक तो जिने खेल रचाई जग दी। डरिए उस मालिक तो जिने खेल रचाई जग दी। डरिए उस मालिक तो जिने खेल रचाई जग दी। ਬਾਣੀ ਕਹਿੰਦੀ ਹੈ ਡਰਿਆ ਕਰ, ਵਾਹਿਗੁਰੂ ਦੇ ਭੈ ਵਿੱਚ ਰਹਿਆ ਕਰ। ਪਰ ਜਦੋਂ ਬੰਦਾ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ, ਹੰਕਾਰੀ ਹੋ ਜਾਂਦਾ ਹੈ, ਮਾਣ ਮੱਤ ਮਾਰ ਦਿੰਦਾ ਹੈ, ਅਕਲ ਮਾਰੀ ਜਾਂਦੀ ਹੈ। ਘਰ ਆਈ ਸੰਗਤ ਨੂੰ ਬੂਹੇ ਤੋਂ ਆਦਰ ਕੀ ਦੇਣਾ ਸੀ, ਕਹਿੰਦਾ ਦੌੜ ਜਾਓ, ਭੱਜ ਜਾਓ। ਇੰਨਾ ਰੁੱਖਾ ਸੁਭਾਅ ਸ਼ਾਹੂਕਾਰ ਦਾ, ਸ਼ਾਹ ਦਾ ਵੇਖ ਕੇ ਤੇ ਸੰਗਤਾਂ ਦੇ ਦਿਲਾਂ ਚੋਂ ਬਦ ਅਸੀਸਾਂ ਨਿਕਲੀਆਂ। ਐ ਵਾਹਿਗੁਰੂ, ਇਹੋ ਜਿਹੇ ਹੰਕਾਰਿਆਂ ਨੂੰ ਐਡੇ ਐਡੇ ਮਹਿਲ ਦਿੱਤੇ ਨੇ, ਇਹੋ ਜਿਹੇ ਮਾਨੀ ਬੰਦਿਆਂ ਨੂੰ, ਹੰਕਾਰੀ ਬੰਦਿਆਂ ਨੂੰ ਤੇਰੀ ਵੀ ਪਤਾ ਹੀ ਨਹੀਂ ਲੱਗਦਾ ਕੁਦਰਤ ਦਾ ਮੇਰੇ ਮਾਲਕ। ਇਹੋ ਜਿਹੇ ਹੰਕਾਰੀ ਬੰਦਿਆਂ ਨੂੰ ਇੰਨੀ ਉੱਚੀ ਚੜਾ ਦਿੰਨੇ ਤੂੰ। ਚਲੋ ਜੀ, ਜਿਵੇਂ ਕਿਵੇਂ ਸੰਗਤ ਨੇ ਰਾਤ ਗੁਜ਼ਾਰੀ। ਸਵੇਰ ਹੋਈ, ਗੋਇੰਦਵਾਲ ਸਾਹਿਬ ਨੂੰ ਚਾਲੇ ਪਾਤੇ। ਗੋਇੰਦਵਾਲ ਸਾਹਿਬ ਅੱਪੜ ਗਈ ਸੰਗਤ। ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰਾਂ ਕੀਤੀਆਂ ਤੇ ਸੰਗਤ ਨੇ ਉਹ ਜ਼ਿਕਰ ਕੀਤਾ। ਕਹਿੰਦੇ ਮਹਾਰਾਜ ਲਾਹੌਰ ਦੇ ਵਿੱਚ ਰਾਤ ਪੈ ਗਈ ਸੀ, ਇੱਕ ਐਡਾ ਹੰਕਾਰੀ ਬੰਦਾ ਸ਼ਾਹੂਕਾਰ ਵੇਖਿਆ। ਬਹੁਤ ਰੁੱਖਾ ਬੋਲਿਆ ਸੰਗਤ ਨੂੰ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ, ਪਰਮੇਸ਼ਰ ਵਾਹਿਗੁਰੂ ਜਿੱਦਾਂ ਦੇ ਜੀਵ ਕਰਮ ਕਰਦੇ ਉਹਦੇ ਕਰਮਾਂ ਦਾ ਫਲ ਦਿੰਦਾ ਹੈ। ਤਿੰਨ ਤਰ੍ਹਾਂ ਕਰਮ ਕਮਾਏ ਜਾਂਦੇ ਨੇ, ਮਨ ਦੇ ਨਾਲ, ਜੀਵ ਦੇ ਨਾਲ ਤੇ ਸਰੀਰ ਦੇ ਨਾਲ। ਇਹਨੂੰ ਕਹਿੰਦੇ ਨੇ ਬਾਣੀ 'ਚ ਮਨ ਬਚ ਕਰਮ। ਜੋ ਅਸੀਂ ਜੀਭਾਂ ਨਾਲ ਬੋਲਦੇ ਆ ਨਾ, ਇਹ ਵੀ ਕਰਮ ਬਣ ਜਾਂਦਾ ਹੈ, ਬੋਲਿਆ ਹੋਇਆ ਜੀਭ ਦੇ ਨਾਲ। ਮਨ ਦੇ ਵਿੱਚ ਜੋ ਸਾਡੇ ਦਿਮਾਗ ਵਿੱਚ ਵਿਚਾਰ ਚੱਲਦੇ ਨੇ, ਫੁਰਨੇ ਚੱਲਦੇ ਨੇ। ਕਈ ਵਾਰੀ ਬੰਦਾ ਬਾਹਰੋਂ ਤਾਂ ਦੇਖਣ ਨੂੰ ਬੜਾ ਸਮਝਦਾਰ ਹੁੰਦਾ ਹੈ, ਪਰ ਉਹਦੇ ਦਿਮਾਗ 'ਚ ਸੋਚ ਮਾੜੀ ਹੁੰਦੀ ਹੈ, ਦੂਜਿਆਂ ਦੇ ਬਾਰੇ ਗਲਤ ਸੋਚੀ ਜਾਂਦਾ ਹੈ। ਉਹ ਜਿਹੜਾ ਦਿਮਾਗ 'ਚ ਸੋਚਣਾ ਹੈ, ਮਨ 'ਚ ਸੋਚਣਾ ਹੈ ਦਿਮਾਗ 'ਚ, ਉਹ ਵੀ ਕਰਮ ਦਿੰਦਾ ਹੈ ਬੰਦੇ ਨੂੰ ਸੋਚਿਆ ਹੋਇਆ। ਉਹਨੂੰ ਮਨ ਦਾ ਕਰਮ ਕਹਿੰਦੇ ਨੇ। ਬੋਲਣਾ ਕਿਸੇ ਨੂੰ ਫਿੱਕਾ, ਰੁੱਖਾ, ਕੌੜਾ, ਇਹਨੂੰ ਜੀਭ ਦਾ ਕਰਮ ਕਹਿੰਦੇ ਨੇ। ਆ ਹੱਥਾਂ ਪੈਰਾਂ ਨਾਲ, ਸਰੀਰ ਦੇ ਨਾਲ ਕਰਨਾ, ਮਨ ਬਚ ਕਰਮ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਭਾਈ, ਜੀਵ ਆਪਣੇ ਕੀਤੇ ਕਰਮਾਂ ਦਾ ਫਲ ਪਾਉਂਦਾ। ਕੋਈ ਗੱਲ ਨਹੀਂ, ਤੁਸੀਂ ਚੰਗੇ ਪਾਸੇ ਆਏ ਹੋ, ਗੁਰੂ ਨਾਨਕ ਦੀ ਸੰਗਤ ਦੀ ਸੇਵਾ ਕਰਨ ਆਏ ਹੋ, ਫਿਕਰ ਨਾ ਕਰੋ। ਉਹ ਬਦ ਅਸੀਸਾਂ, ਦੁਰ ਅਸੀਸਾਂ ਸੰਗਤ ਦੀਆਂ ਲੱਗ ਗਈਆਂ। ਉਹ ਗੰਗੇ ਸ਼ਾਹ ਕੁਝ ਕੁ ਮਹੀਨਿਆਂ ਦੇ ਵਿੱਚ ਸਭ ਕੁਝ ਵਿਕ ਗਿਆ। ਘਰ ਵਿਕ ਗਏ, ਰੁਪਇਆ ਪੈਸਾ ਜਿਹੜਾ ਸੀ ਸਭ ਨਿਕਲ ਗਿਆ ਹੱਥੋਂ। ਬਿਲਕੁਲ ਗਰੀਬ ਹੋ ਗਿਆ। ਜਿਸ ਨੂੰ ਆਪ ਖੁਆਏ ਕਰਤਾ, ਖੁਸ ਲਏ ਚੰਗਿਆਈ।
ਹੰਕਾਰ ਬੰਦੇ ਦੀ ਮੱਤ ਮਾਰ ਦਿੰਦਾ, ਫਿਰ ਨਸ਼ੇ ਕਰਨ ਲੱਗ ਜਾਂਦਾ, ਜੁਆਰੀ ਬਣ ਜਾਂਦਾ, ਜੂਆ ਖੇਲਣ ਲੱਗ ਜਾਂਦਾ। ਉਹ ਇਦਾਂ ਦਾ ਕੁਝ ਨਸ਼ਾ ਕਰਨ ਲੱਗ ਗਿਆ, ਜੂਆ ਖੇਲਣ ਲੱਗ ਗਿਆ, ਸਭ ਕੁਝ ਹਾਰਦਾ। ਹੁਣ ਜੁਆਰੀ ਜਿਹੜੇ ਜੂਆ ਖੇਲਦੇ ਨੇ ਉਹ ਪਰਵਾਹ ਕਦੋਂ ਕਰਦੇ ਨੇ? ਤਾਂ ਪਾਂਡਵਾਂ ਨੇ ਦ੍ਰੋਪਦੀ ਦਾਅ ਤੇ ਲਾਤੀ ਸੀ ਆਪਣੀ, ਜਿਨ੍ਹਾਂ ਨੂੰ ਧਾਰਮਿਕ ਗ੍ਰੰਥ ਧਰਮ ਪੁੱਤਰ ਕਹਿੰਦੇ ਨੇ, ਉਹਨਾਂ ਨੇ ਜੁਆਰੀ ਬਣ ਕੇ ਆਪਣੇ ਘਰ ਵਾਲੀਏ ਦਾਅ ਤੇ ਲਾਤੀ, ਰਾਜ ਭਾਗ ਦਾਅ ਤੇ ਲਾਤਾ, ਹਾਰ ਗਏ ਸੀ। ਸਭ ਕੁਝ ਹਾਰ ਗਿਆ, ਕੱਲਾ ਸਰੀਰ ਰਹਿ ਗਿਆ। ਜਿਹੜੇ ਮਹਿਲਾਂ ਦਾ ਮਾਣ ਕਰਦਾ ਸੀ ਨਾ, ਹੰਕਾਰ ਕਰਦਾ ਸੀ, ਸਭ ਵਿਕ ਗਏ। ਗਰੀਬ ਹੋ ਗਿਆ, ਸੋਚਿਆ ਕਰੇ ਰੋਟੀ ਕਿੱਥੋਂ ਖਾਵਾਂ, ਪੇਟ ਤਾਂ 2 ਵਕਤ ਮੰਗਦਾ ਹੈ, ਕਿੱਥੋਂ ਦੇਵਾਂ ਇਹਨੂੰ। ਅਮੀਰੀ ਵੇਖੀ ਹੈ, ਗਰੀਬੀ ਦਾ ਦੁੱਖ ਦੇਖਿਆ ਨਹੀਂ ਕਦੇ, ਮੈਥੋਂ ਮੰਗਿਆ ਵੀ ਨਹੀਂ ਜਾਂਦਾ। ਮੈਂ ਕਿਵੇਂ ਖਾਵਾਂ, ਮੰਗ ਕੇ ਕਿਵੇਂ ਖਾਵਾਂ। ਦਰ ਮੰਗਨ ਭਿੱਖ ਨ ਪਾਏਂਦਾ, ਨਦਰ ਪੁੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ। ਸੁਲਤਾਨਾ ਬਾਦਸ਼ਾਹਾਂ ਨੂੰ ਕੱਖੋਂ ਹੌਲੇ ਕਰ ਦਿੰਦਾ ਹੈ ਜਦੋਂ ਉਹਦੀ ਨਦਰ ਉਲਟ ਜਾਂਦੀ ਹੈ। ਵੈਸੇ ਉਹਦੀ ਨਦਰ ਨਹੀਂ ਉਲਟਦੀ ਹੁੰਦੀ, ਜਦੋਂ ਬੰਦੇ ਦੀ ਨਦਰ ਉਲਟ ਜਾਂਦੀ ਹੈ, ਬੰਦੇ ਦੀ ਮੱਤ ਮਾਰੀ ਜਾਂਦੀ ਹੈ, ਜਦੋਂ ਕੱਖੋਂ ਹੌਲਾ ਕਰ ਦਿੰਦਾ ਹੈ। ਨਦਰ ਪੁੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ, ਦਰ ਮੰਗਨ ਭਿੱਖ ਨਾ ਪਾਏਂਦਾ। ਦਰ ਤੇ ਮੰਗਦਿਆਂ ਨੂੰ ਭਿੱਖਿਆ ਵੀ ਨਹੀਂ ਕੋਈ ਪਾਉਂਦਾ। ਫਿਰ ਜਿਹੜੇ ਮਹਿਲਾਂ ਦਾ ਹੰਕਾਰ ਕਰਦਾ ਸੀ, ਸੰਗਤ ਨੂੰ ਕਹਿੰਦਾ ਸੀ ਭੱਜ ਜਾਓ, ਵਿਹਲੜੋ ਤੁਸੀਂ ਤਾਂ, ਉਹ ਮਹਿਲ ਅਟਾਰੀਆਂ ਸਭ ਵਿਕ ਗਏ। ਰੋਂਦਾ ਮੈਂ ਕਿੰਨਾ ਹੰਕਾਰ ਕਰਦਾ ਸੀ ਆਪਣੇ ਪਦਾਰਥ ਦਾ, ਕੋਠੀਆਂ ਦਾ, ਪੈਸਿਆਂ ਦਾ, ਕਿੰਨਾ ਹੰਕਾਰ ਕਰਦਾ ਸੀ ਮੈਂ, ਪਰ ਹੁਣ ਕੁਝ ਨਹੀਂ ਰਿਹਾ ਪੱਲੇ। ਇਹ ਇੰਨੀ ਮਾੜੀ ਤਕਦੀਰ ਮੇਰੀ। ਜਦੋਂ ਸੁੱਖ ਹੁੰਦੇ ਨੇ, ਜਦੋਂ ਅਮੀਰੀ ਹੁੰਦੀ ਹੈ, ਉਦੋਂ ਨਹੀਂ ਪਤਾ ਲੱਗਦਾ ਮੈਂ ਕਰ ਕੀ ਰਿਹਾ, ਮੱਤ ਮਾਰੀ ਜਾਂਦੀ ਹੈ ਨਾ। ਪਰ ਹੁਣ ਕਿਸਮਤ ਨੂੰ ਯਾਦ ਕਰ ਕਰਕੇ, ਸੁੱਖ ਦੇ ਵਿੱਚ ਲੰਘੇ ਹੋਏ ਸਮੇਂ ਨੂੰ ਯਾਦ ਕਰ ਕਰਕੇ ਝੁਰਦਾ ਹੈ, ਰੋਂਦਾ ਹੈ। ਜੇ ਕਹਿੰਦਾ ਗਰੀਬੀ ਤੋਂ ਬਾਅਦ ਅਮੀਰੀ ਆਵੇ, ਗੱਲ ਕੁਝ ਹੋਰ ਹੁੰਦੀ ਹੈ, ਪਰ ਅਮੀਰ ਬੰਦਾ ਗਰੀਬ ਬਣ ਜੇ ਤਾਂ ਗੱਲ ਕੁਝ ਹੋਰ ਬਣ ਜਾਂਦੀ ਹੈ। ਇਹ ਕੀ ਹੋ ਗਿਆ ਮੇਰੇ ਨਾਲ? ਆਈ ਗਰੀਬੀ ਗਈ ਅਮੀਰੀ, ਸੌਦੇ ਨੇ ਤਕਦੀਰਾਂ ਦੇ। 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 ਸੌਦੇ ਨੇ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ। ਸੌਦੇ ਨੇ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ। ਸੌਦੇ ਨੇ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ। ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ। ਸੌਦੇ ਨੇ ਤਕਦੀਰਾਂ ਦੇ, ਸੌਦੇ ਨੇ ਤਕਦੀਰਾਂ ਦੇ। ਗਈ ਅਮੀਰੀ ਆਈ ਗਰੀਬੀ, ਸੌਦੇ ਨੇ ਤਕਦੀਰਾਂ ਦੇ। ਆਈ ਗਰੀਬੀ ਗਈ ਅਮੀਰੀ, 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 ਸੌਦੇ ਨੇ ਤਕਦੀਰਾਂ
ਇਦਾਂ ਝੁਰ ਝੁਰ ਕੇ ਰੋਂਦਾ ਹੈ, ਯਾਦ ਕਰਦਾ ਸਮੇਂ ਨੂੰ, ਹੁਣ ਮੈਂ ਰੋਟੀ ਕਿੱਥੋਂ ਖਾਵਾਂ। ਜਿਸ ਗੁਰੂ ਘਰ ਦੀ ਨਿੰਦਾ ਕਰਦਾ ਸੀ ਨਾ, ਜਿੱਥੋਂ ਦੀਆਂ ਸੰਗਤਾਂ ਨੂੰ ਕਹਿੰਦਾ ਸੀ ਬੇਲੜੋ ਤੁਸੀਂ, ਮੂੰਹ ਚੱਕਿਆ ਇੱਧਰ ਉੱਡਲੇ, ਮੂੰਹ ਚੱਕਿਆ ਉੱਧਰ ਉੱਡਲੇ, ਬੇਲੜ ਲੋਕ ਹੋ ਤੁਸੀਂ ਫਿਰਦੇ ਹੋ ਧੱਕੇ ਖਾਂਦੇ, ਕੰਮ ਨਹੀਂ ਕਰ ਹੁੰਦਾ ਤੁਹਾਡੇ ਕੋਲੋਂ, ਇਦਾਂ ਕਿਹਾ ਕਰਦਾ ਸੀ। ਹੁਣ ਜਦੋਂ ਦੇਖਿਆ ਕਿਤੋਂ ਰੋਟੀ ਨਹੀਂ ਨਸੀਬ ਹੋ ਰਹੀ, ਫਿਰ ਸੋਚਿਆ ਉਸੇ ਗੁਰੂ ਕੋਲ ਚੱਲੀਏ, ਗੋਇੰਦਵਾਲ ਸਾਹਿਬ, ਸੰਗਤ ਦੀ ਸੇਵਾ ਕਰਾਂਗੇ, 2 ਵਕਤ ਰੋਟੀ ਤਾਂ ਰੱਜ ਕੇ ਖਾ ਲਵਾਂਗੇ। ਗੋਇੰਦਵਾਲ ਸਾਹਿਬ ਆ ਗਿਆ ਗੰਗਾ ਸ਼ਾਹ, ਸੰਗਤ ਦੀ ਸੇਵਾ ਕਰਨ ਲੱਗ ਗਿਆ। ਸੇਵਾ ਕਰਦਾ ਹੈ, ਜਿਨ੍ਹਾਂ ਸੰਗਤਾਂ ਨੂੰ ਬੇਲੜ ਦੱਸਦਾ ਸੀ, ਨਕੰਮੇ ਕਹਿੰਦਾ ਸੀ, ਜਦੋਂ ਸੇਵਾ ਕਰਦਾ ਸੰਗਤ ਨਾਲ ਮਿਲ ਕੇ ਆਨੰਦ ਹੀ ਬੜਾ ਆਉਂਦਾ ਹੈ। ਪ੍ਰਸ਼ਾਦਾ ਛਕ ਲੈਂਦਾ ਹੈ, ਉੱਥੇ ਹੀ ਸੌਂ ਲੈਂਦਾ ਹੈ, ਸੇਵਾ ਕਰ ਛੱਡਦਾ ਹੈ। ਹੁਣ ਗੁਰੂ ਤਾਂ ਅੰਤਰਜਾਮੀ ਹੈ, ਧੰਨ ਗੁਰੂ ਅਮਰਦਾਸ ਜੀ ਜਾਣਦੇ ਨੇ ਵੀ ਉਹ ਬੰਦਾ ਹੈ। ਕਈ ਜਿਹੜੇ ਲਾਹੌਰ ਤੋਂ ਆਉਂਦੇ ਸੀ, ਉਹ ਦੱਸਿਆ ਦੇਖਦੇ ਨਾ ਜਦੋਂ ਆ ਕੇ ਹੈਰਾਨ ਹੁੰਦੇ ਵੀ ਹੱਦ ਹੋ ਗਈ, ਇਹ ਬੰਦਾ ਉਰੇ ਸੇਵਾ ਚ ਆ ਗਿਆ। ਕਹਿੰਦੇ ਠੀਕ ਹੈ, ਹੁਣ ਖੁੱਸ ਗਿਆ ਨਾ ਸਾਰਾ ਕੁਝ, ਹੁਣ ਰੱਬ ਯਾਦ ਆ ਗਿਆ, ਪਹਿਲਾਂ ਨਹੀਂ ਸੀ ਯਾਦ। ਅਮੀਰੀ ਦੇ ਸਮੇਂ ਪਰਮੇਸ਼ਰ ਯਾਦ ਨਹੀਂ ਸੀ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ, ਰੋਗ ਖਿਨਮੇ ਕੌੜੇ ਹੋਏਗੇ, ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੇ ਰੋਜ਼ ਕੀਤਾ ਕਛੁ ਨਾ ਹੋਵਈ, ਲਿਖਿਆ ਧੁਰ ਸੰਜੋਗ। ਸੰਜੋਗ ਧੁਰ ਦਾ ਲਿਖ ਲਿਆ, ਆਪਣੀ ਕਿਸਮਤ ਮਾੜੀ ਲਿਖ ਲਈ ਗੰਗੇ ਸ਼ਾਹ ਨੇ। ਪਰ ਹੁਣ ਕਹਿੰਦੇ ਵਿਚੋਲਪਣਾ ਨਹੀਂ ਕੁਝ ਕੋਈ ਕਰ ਸਕਦਾ, ਕੀਤਾ ਕਛੁ ਨਾ ਹੋਵਈ, ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਬਿਯੋਗ। ਕਿਤੇ ਵੱਡੇ ਭਾਗਾਂ ਨਾਲ ਪ੍ਰਭੂ ਮਿਲ ਪਵੇ, ਗੁਰੂ ਮਿਲ ਪਵੇ। ਹੁਣ ਗੁਰੂ ਤਾਂ ਮਿਲ ਗਿਆ ਗੰਗੇ ਸ਼ਾਹ ਨੂੰ, ਸੇਵਾ ਕਰਦਾ ਹੈ। ਜਿਹੜੀ ਸੰਗਤ ਲਾਹੌਰ ਤੋਂ ਆ ਕੇ ਦੇਖਦੀ ਹੈ, ਮਹਾਰਾਜ ਕੋਲ ਗੱਲ ਕਰਦੇ ਨੇ, ਮਹਾਰਾਜ ਇਹ ਬੰਦਾ ਕਦੇ ਸੋਚ ਨਹੀਂ ਕੋਈ ਸਕਦਾ ਵੀ ਇਹ ਸੇਵਾ ਕਰ ਸਕਦਾ, ਪਰ ਹੱਦ ਹੋ ਗਈ। ਬਲਿਹਾਰ ਜਾਈਏ ਪਰਮੇਸ਼ਰ ਦੀ ਕੁਦਰਤ ਤੋਂ, ਜੋ ਕੁਝ ਸੋਚਿਆ ਨਹੀਂ ਹੁੰਦਾ ਉਹ ਕਰ ਲੈਂਦਾ। ਮਹਾਰਾਜ ਉਹਦੀ ਸੇਵਾ ਤੋਂ ਬੜੇ ਖੁਸ਼ ਨੇ। ਗੰਗਾ ਸ਼ਾਹ ਸੇਵਾ ਕਰਦਾ ਹੈ, ਚਾਅ ਨਾਲ ਕਰਦਾ ਹੈ, ਉਤਸ਼ਾਹ ਨਾਲ ਸੇਵਾ ਕਰਦਾ ਹੈ। ਜਦੋਂ ਫਿਰ ਬੌਲੀ ਸਾਹਿਬ ਦੀ ਸੇਵਾ ਚੱਲਦੀ ਸੀ, ਸਵੇਰੇ ਸਭ ਤੋਂ ਪਹਿਲਾਂ ਟੋਕਰੀਆਂ ਕਈਆਂ ਲਿਆ ਕੇ ਰੱਖਣੀਆਂ, ਸ਼ਾਮ ਨੂੰ ਸਾਂਭਣੀਆਂ। ਬਹੁਤ ਖੁਸ਼ ਹੋਏ ਗੁਰੂ ਅਮਰਦਾਸ ਜੀ, ਬੜੇ ਪ੍ਰਸੰਨ ਹੁੰਦੇ ਸੇਵਾ। ਜਦੋਂ ਕਿਤੇ ਸਾਹਮਣੇ ਹੁੰਦੀ ਲੰਘਦਾ, ਮਹਾਰਾਜ ਨੇ ਕਹਿਣਾ ਸ਼ਾਹ ਜੀ, ਸ਼ਾਹ ਜੀ। ਇਹਨੇ ਹੱਥ ਜੋੜ ਲੈਣੇ, ਕਹਿੰਦਾ ਮਹਾਰਾਜ ਸ਼ਾਹ ਤਾਂ ਨਾ ਕਿਹਾ ਕਰੋ, ਹੁਣ ਕਾਹਦੇ ਸ਼ਾਹ, ਹੁਣ ਤਾਂ ਨੰਗ ਮਲੰਗਾ, ਰੋਟੀ ਖਾਣ ਲਈ ਤੁਹਾਡੇ ਦਰ ਦਾ ਆਸਰਾ ਲਿਆ। ਮਹਾਰਾਜ ਹੁਣ ਕਿੱਥੇ ਸ਼ਾਹ। ਰਹਿਮਤਾਂ ਦੇ ਘਰ ਵਿੱਚ ਆ ਕੇ ਗੁਰੂ ਅਮਰਦਾਸ ਕਹਿੰਦੇ ਗੰਗਾ ਜੀ, ਸਾਡੇ ਤਾਂ ਸ਼ਾਹ ਹੀ ਹੋਏ ਤੁਸੀਂ, ਸਾਡੇ ਤਾਂ ਸ਼ਾਹ ਹੀ ਹੋ ਤੁਸੀਂ। ਮਹਾਰਾਜ ਤੁਹਾਡੀ ਮੌਜ ਹੈ, ਜੋ ਜਿਵੇਂ ਬਣਾ ਦਿਓਗੇ ਠੀਕ ਹੈ। ਹੁਣ ਦੁੱਖਾਂ ਦੇ ਵਿੱਚ ਦੁੱਖ ਕਹਿੰਦੇ ਇਦਾਂ ਦੀ ਸੰਗਲੀ ਹੈ, ਜਿਹੜੇ ਵਾਹਿਗੁਰੂ ਨੂੰ ਭੁੱਲ ਜਾਂਦੇ ਨੇ ਨਾ, ਪਰਮੇਸ਼ਰ ਨੂੰ ਸੁੱਖਾਂ ਦੇ ਸਮੇਂ ਦੁੱਖ ਦੀ ਸੰਗਲੀ ਵਾਹਿਗੁਰੂ ਗਲ 'ਚ ਪਾ ਦਿੰਦਾ ਹੈ, ਤੇ ਬੰਦਾ ਆਪਣੇ ਆਪ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ। ਗਲ ਵਿੱਚ ਦੁੱਖਾਂ ਦੀ ਸੰਗਲੀ ਪਾ ਕੇ ਰੱਬ ਖਿੱਚ ਲੈਂਦਾ ਹੈ ਆਪਣੇ ਵੱਲ। ਤਾਂ ਹੀ ਮਹਾਰਾਜ ਕਹਿੰਦੇ ਨੇ ਦੁੱਖ ਦਾਰੂ ਸੁਖ ਰੋਗ ਭਇਆ। ਦੁੱਖ ਹੈ ਜਿਹੜਾ ਦਵਾਈ ਬਣ ਜਾਂਦਾ ਹੈ, ਦਾਰੂ ਦਾ ਅਰਥ ਹੈ ਦਵਾਈ। ਦੁੱਖ ਦਾਰੂ, ਸੁਖ
ਰੋਗ ਭਇਆ। ਜਦੋਂ ਸੁੱਖ ਹੁੰਦੇ ਨੇ, ਸੁੱਖਾਂ ਦੇ ਵਿੱਚ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ, ਉਹ ਰੋਗ ਬਣ ਜਾਂਦਾ ਹੈ। ਜਦੋਂ ਦੁੱਖ ਆਉਂਦਾ ਹੈ, ਕੋਈ ਮੁਸੀਬਤ ਆਉਂਦੀ ਹੈ, ਗਰੀਬੀ ਆਉਂਦੀ ਹੈ, ਕੋਈ ਬਿਮਾਰੀ ਲੱਗਦੀ ਹੈ, ਉਹ ਦਵਾਈ ਬਣ ਜਾਂਦੀ ਹੈ, ਕਿਉਂਕਿ ਰੱਬ ਨੂੰ ਚੇਤੇ ਕਰਨ ਲੱਗ ਜਾਂਦਾ ਹੈ। ਜਾ ਸੁਖ ਤਾਮ ਨਾ ਹੋਈ। ਜਦੋਂ ਸੁਖ ਹੁੰਦਾ ਹੈ, ਉਦੋਂ ਮਾਲਕ ਨੂੰ ਮਿਲਣ ਦੀ ਤਾਂਘ ਨਹੀਂ ਹੁੰਦੀ, ਅੰਦਰ ਗੁਰੂ ਨੂੰ ਮਿਲਣ ਦੀ ਤਾਂਘ ਨਹੀਂ ਹੁੰਦੀ। ਜਦੋਂ ਕੋਈ ਨਾ ਕੋਈ ਬਿਮਾਰੀ, ਕੋਈ ਨਾ ਕੋਈ ਬਿਪਤਾ ਪੈ ਜਾਂਦੀ ਹੈ, ਫੇਰੇ ਆ ਕੇ ਨੱਕ ਰਗੜਦਾ ਮਹਾਰਾਜ ਦੇ ਅੱਗੇ। ਸੁੱਖਾਂ ਵੇਲੇ ਨਹੀਂ ਆਉਂਦਾ, ਪਰ ਜੇ ਕਹਿੰਦੇ ਸੁੱਖਾਂ ਵੇਲੇ ਸਿਮਰਨ ਕਰੇ, ਫਿਰ ਦੁੱਖ ਆਵੇ ਹੀ ਕਿਉਂ। ਜੇ ਸੁੱਖ ਦੇ ਵੇਲੇ ਯਾਦ ਰੱਖੇ ਵਾਹਿਗੁਰੂ ਨੂੰ, ਸੁੱਖ ਦੇ ਸਮੇਂ ਉਹਦੇ ਸ਼ੁਕਰਾਨੇ ਵਿੱਚ ਰਹੇ, ਕਹਿੰਦੇ ਦੁੱਖ ਹੀ ਨਹੀਂ, ਫਿਰ ਕਿਉਂ ਆਊਗਾ ਦੁੱਖ। ਗੁਰੂ ਅਮਰਦਾਸ ਜੀ ਬੜੇ ਪ੍ਰਸੰਨ ਹੁੰਦੇ ਨੇ, ਬਹੁਤ ਖੁਸ਼ ਨੇ। ਇਦਾਂ ਜਦੋਂ ਸੇਵਾ ਕਰਦਾ ਕਰਦਾ ਅੱਗੋਂ ਦੀ ਲੰਘਦਾ, ਸੱਦ ਲੈਂਦੇ ਸੀ, ਸ਼ਾਹ ਜੀ ਕਿਵੇਂ ਹੋ? ਮਹਾਰਾਜ ਤੁਹਾਡੀ ਕਿਰਪਾ ਹੈ। ਅੱਜ ਦਾ ਸ਼ਾਮ ਦਾ ਟਾਈਮ ਹੈ, ਗੁਰੂ ਅਮਰਦਾਸ ਜੀ ਦੇ ਜਦੋਂ ਸਾਹਮਣੇ ਉਹਦੀ ਲੰਘਿਆ, ਮਹਾਰਾਜ ਕਹਿੰਦੇ ਗੰਗੇ ਸ਼ਾਹ, ਕਹਿੰਦਾ ਜੀ ਕੀ ਹੁਕਮ ਹੈ? ਕਹਿੰਦੇ ਚੰਗਾ ਤੂੰ ਸਵੇਰੇ ਆਈ। ਸਵੇਰੇ ਆਈ, ਕਹਿੰਦਾ ਜੀ 7 ਵਜੇ। ਸਵੇਰ ਹੋਈ, ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਨਿਤਨੇਮ ਚੋਂ ਵੇਲੇ ਨਹੀਂ ਸੀ ਹੋਏ, ਸਾਹਮਣੇ ਆ ਕੇ ਸੱਜ ਗਿਆ। ਮਹਾਰਾਜ ਕਹਿੰਦੇ ਤੈਨੂੰ ਪਹਿਲਾਂ ਵਰਗਾ ਬਣਾਉਣਾ ਹੈ, ਜਿੱਦਾਂ ਪਹਿਲਾਂ ਸੀ ਅਮੀਰ, ਇਦਾਂ ਬਣਾਉਣਾ ਹੈ ਤੈਨੂੰ। 5 ਪੈਸੇ ਚੁੱਕੇ, ਕਹਿੰਦੇ ਹੱਥ ਕਰ। ਹੱਥ ਕੀਤਾ ਬੁੱਕ, 5 ਪੈਸੇ ਰੱਖ ਕੇ ਥੇੜੇ ਤੇ, ਕਹਿੰਦੇ ਲੈ ਮੁੱਠੀ ਮੀਚਲੇ ਬੰਦ ਕਰ ਲੈ। ਇੱਕ ਬਹੀ ਦਿੱਤੀ, ਬਹੀ ਜੀ ਤੇ ਹਿਸਾਬ ਕਿਤਾਬ ਲਿਖਿਆ ਕਰਦੇ ਤੇ ਸ਼ਾਹੂਕਾਰ, ਕੋਰੀ ਬਹੀ ਆ ਲੈ, ਆ ਬਹੀ ਤੇ ਆ ਗੁਰੂ ਘਰ ਦੇ ਖਜ਼ਾਨੇ ਦੀ ਮਾਇਆ, ਜਾ ਪਹਿਲਾਂ ਵਾਂਗੂ ਰੰਗ ਭਾਗ ਲੱਗੇਗਾ। ਦਿੱਲੀ ਚਲਿਆ ਜਾ, ਦਿੱਲੀ ਚਲਿਆ ਜਾ, ਦੁਕਾਨ ਪਾ ਲਿਆ ਉੱਥੇ ਜਾ ਕੇ। 7 ਵਚਨ ਜੀ। ਮਹਾਰਾਜ ਕਹਿੰਦੇ ਗੁਰੂ ਨਾਨਕ ਨੂੰ ਨਾ ਭੁੱਲੀ, ਚੇਤੇ ਰੱਖੀ। ਇਹ ਮਾਇਆ ਇਦਾਂ ਦੀ ਇਹ ਚੀਜ਼ ਹੈ, ਮਾਇਆ ਰੰਗ ਬਿਰੰਗ ਕਰਤ ਭਰਮ ਮੋਹ ਕੈ ਕੂਪ ਗੁਬਾਰ ਪਰਿਓ। ਏਤਾ ਗੱਭ ਆਕਾਸ਼ ਨਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਪਰਿਓ। ਗੁਰੂ ਘਰ ਨੂੰ ਨਾ ਭੁੱਲੀ, ਯਾਦ ਰੱਖੀ। 7 ਵਚਨ ਜੀ। ਉਸੇ ਸਮੇਂ ਦਿੱਲੀ ਨੂੰ ਨਿਕਲ ਗਏ ਗੰਗੇ ਸ਼ਾਹ, ਗੰਗੂ ਸ਼ਾਹ ਵੀ ਕਹਿੰਦੇ ਨੇ ਇਤਿਹਾਸ 'ਚ। ਪਹਿਲਾਂ ਤਾਂ ਗੰਗੇ ਸ਼ਾਹ ਸੀ ਨਾਂ, ਜਦੋਂ ਨਿਰਧਨ ਹੋ ਗਿਆ, ਗਰੀਬ ਹੋ ਗਿਆ, ਫਿਰ ਗੰਗੂਏ ਨਾਂ ਪੈ ਗਿਆ ਸੀ, ਗੰਗੂ ਸ਼ਾਹ। ਗੰਗੂਏ ਕਹਿੰਦੇ ਸੀ, ਸ਼ਾਹਪਣਾ ਤਾਂ ਚਲਿਆ ਗਿਆ। ਹੁਣ ਮਹਾਰਾਜ ਕਹਿੰਦੇ ਨੇ ਗੰਗਾ ਸ਼ਾਹ। ਰਹਿਮਤਾਂ ਦੇ ਘਰ ਵਿੱਚ ਆਏ, ਸੇਵਾ ਤੋਂ ਖੁਸ਼ ਹੋਏ। ਜਿਨ੍ਹਾਂ ਨੂੰ ਮਾਣ ਮਿਲਿਆ ਸੀ, ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੀ ਧਿਰ, ਨਿਆਸਰਿਆਂ ਦਾ ਆਸਰਾ। ਧੰਨ ਗੁਰੂ ਅਮਰਦਾਸ। ਚਲੋ ਜੀ, ਗੰਗੇ ਸ਼ਾਹ, ਗੰਗੂ ਸ਼ਾਹ ਚਲਿਆ ਗਿਆ ਦਿੱਲੀ। ਇੱਕ ਦੁਕਾਨ ਕਿਰਾਏ ਤੇ ਲੈ ਲਈ, ਉਹ ਬਹੀ ਮਹਾਰਾਜ ਦੀ ਦਿੱਤੀ ਹੋਈ ਰੱਖ ਲਈ। ਉਦਘਾਟਨ ਕਰਨ ਦੇ ਵਾਸਤੇ ਆਲੇ ਦੁਆਲੇ ਵਾਲੀ ਦੁਕਾਨਾਂ ਨੂੰ ਸਾਰਿਆਂ ਨੂੰ ਵੀ ਕੱਲ ਨੂੰ ਮੇਰੀ ਦੁਕਾਨ 'ਚ ਆਇਓ, ਮੈਂ ਉਦਘਾਟਨ ਕਰਨਾ ਹੈ। ਪੁੱਛਦੇ ਨੇ ਦੁਕਾਨਾਂ ਵਾਲੇ, ਸ਼ਾਹ ਜੀ ਕਿੱਥੋਂ ਆਏ ਹੋ? ਕਿ ਜੀ ਲਾਹੌਰ ਤੋਂ। ਕਹਿੰਦੇ ਚਲੋ ਚੰਗਾ ਹੋਇਆ, ਲਾਹੌਰ ਦੇ ਸ਼ਾਹੂਕਾਰ ਦੀ ਕਿਸੇ ਦੀ ਦੁਕਾਨ ਨਹੀਂ ਸੀ ਸਾਡੇ ਦਿੱਲੀ ਦੇ ਵਿੱਚ, ਚੰਗਾ ਹੋ ਗਿਆ ਤੁਸੀਂ ਆ ਗਏ। ਉਹ ਦੁਕਾਨ ਕਾਹਦੀ ਕੀਤੀ ਸੀ? ਜਿਵੇਂ ਬੈਂਕਾਂ ਨੇ ਅੱਜ ਕੱਲ ਬੈਂਕ, ਉਹਨਾਂ ਸਮਿਆਂ ਦੇ ਵਿੱਚ ਜੇ ਕਿਸੇ ਨੇ ਲਾਹੌਰ ਪੈਸਾ ਲੈਣਾ ਹੈ, ਉਹ ਦਿੱਲੀ ਇਹਦੀ ਦੁਕਾਨ ਤੇ ਜਮ੍ਹਾਂ ਕਰਾ ਦਿੰਦਾ ਹੈ, ਲਾਹੌਰ ਆ ਕੇ ਲੈ ਲੈਂਦਾ, ਹੁੰਡੀ ਲਿਖ ਕੇ ਦੇ ਦਿੰਦਾ ਸੀ। ਜਾਂ ਲਾਹੌਰ ਦੇ ਬੰਦੇ ਨੇ ਦਿੱਲੀ ਜਾਣਾ ਹੈ, ਲਾਹੌਰ ਜਮ੍ਹਾਂ ਕਰਾ ਦਿੰਦਾ ਤੇ ਉੱਥੇ ਜਾ ਕੇ ਲੈ ਲੈਂਦਾ। ਜਿਵੇਂ ਹੁਣ ATM 'ਚੋਂ ਆਪਾਂ ਕੱਢ ਲੈਂਦੇ ਆ ਪੈਸੇ ਬੈਂਕ, ਉਹ ਇਦਾਂ ਦੀ ਦੁਕਾਨ ਕੀਤੀ ਸੀ ਇਹਨੇ।
ਕਹਿੰਦਾ ਵੀ ਕੱਲ ਨੂੰ ਮੇਰੀ ਦੁਕਾਨ ਤੇ ਆਇਓ ਸਾਰੇ। 5 ਪੈਸੇ ਦਿੱਤੇ ਸੀ ਮਹਾਰਾਜ ਨੇ, 2 ਪੈਸਿਆਂ ਦੇ ਪਤਾਸੇ ਲਿਆਂਦੇ, 2 ਪੈਸਿਆਂ ਦੇ ਪਤਾਸੇ ਲਿਆਂਦੇ ਉਦਘਾਟਨ ਕਰਨ ਦੇ ਵਾਸਤੇ। ਜਦੋਂ ਇਹਦੇ ਗੁਆਂਢੀ ਸਾਰੇ ਦੁਕਾਨਾਂ ਵਾਲੇ ਆ ਗਏ, ਅਰਦਾਸ ਕੀਤੀ ਗੁਰੂ ਨਾਨਕ ਤੋਂ, ਗੁਰੂ ਅੰਗਦ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨੀ, ਬਰਕਤਾਂ ਪਾਉਣੀਆਂ ਕਮਾਈਆਂ ਚ, ਮੇਰਾ ਕਰਨੀਆਂ। ਹੁਣ ਬਖਸ਼ਿਸ਼ਾਂ ਦੇ ਕੇ ਹੀ ਤਾਂ ਘੱਲਿਆ। ਪਹਿਲੇ ਹੀ ਦਿਨ ਸੀ ਜਿਹਦੇ ਉਦਘਾਟਨ ਕੀਤਾ ਦੁਕਾਨ ਦਾ, ਉਦਘਾਟਨ ਕੀਤਾ, ਉਦੋਂ ਹੀ 2000 ਮੋਹਰ ਕੋਈ ਜਮਾ ਰਖਾਉਣ ਵਾਸਤੇ ਅਮਾਨਤ ਆ ਗਿਆ। ਕਹਿੰਦਾ ਮੈਨੂੰ ਲਾਹੌਰ ਚਾਹੀਦੀ ਹੈ। ਗੰਗੂ ਸ਼ਾਹ ਕਹਿੰਦਾ ਠੀਕ ਹੈ ਲਾਹੌਰ ਮਿਲ ਜਾਏਗੀ, ਹੁੰਡੀ ਕਰ ਦਿੱਤੀ। ਆਪਣਾ ਬੰਦਾ ਜਿਹੜਾ ਨੌਕਰ ਰੱਖਿਆ ਸੀ ਉਹਨੂੰ ਇਹ ਤੋਰਤਾ। ਲੋਕੀ ਤਾਂ ਡਰਦੇ ਸੀ ਵੀ ਰਸਤੇ ਵਿੱਚ ਚੋਰ ਚੱਕਾ ਕੋਈ ਲੁੱਟ ਨਾ ਲਵੇ। ਇਹਨੇ ਆਖਿਆ ਵੀ ਹੁਣ ਇਹਦੇ ਵਿੱਚੋਂ ਬਹੁਤ ਮੁਨਾਫਾ ਆਪਾਂ ਨੂੰ ਬਚ ਜਾਣਾ ਹੈ। ਜਦੋਂ ਉਹਨੇ ਪਹੁੰਚਣਾ ਸੀ ਦਿੱਲੀ ਦੇ ਸ਼ਾਹੂਕਾਰ ਨੂੰ, ਤੋਂ ਪਹਿਲਾਂ ਉਹ 2000 ਮੋਹਰ ਸੋਨੇ ਦੀ ਲਾਹੌਰ ਪਹੁੰਚਾ ਦਿੱਤੀ। ਬਸ ਫਿਰ ਤਾਂ ਦਿੱਲੀ ਦੇ ਵਿੱਚ ਹੁੱਕਾਂ ਪੈ ਗਈਆਂ ਵੀ ਲਾਹੌਰ ਦਾ ਸ਼ਾਹੂਕਾਰ ਆਇਆ, ਇੱਕ ਬੜਾ ਚੰਗਾ ਹੈ, ਬੜਾ ਇਮਾਨਦਾਰ ਹੈ। ਅੱਜ ਕੁਛ ਕੱਲ ਕੁਛ ਦਿਨਾਂ 'ਚ ਗੁੱਡੀ ਚੜ ਗਈ, ਧਰ ਧਰ ਭੁੱਲਦਾ, ਅਮੀਰ ਹੋ ਗਿਆ। ਤੇ ਮਹਾਰਾਜ ਨੇ ਆਖਿਆ ਸੀ ਗੁਰੂ ਘਰ ਨੂੰ ਯਾਦ ਰੱਖੀ, ਗੁਰੂ ਘਰ ਦਾ ਖਾਤਾ ਦਸਬੰਧ ਚੇਤੇ ਰੱਖੀ। ਪਰ ਹੁਣ ਇੰਨਾ ਬਿਜੀ ਹੋ ਗਿਆ ਬਿਜ਼ਨਸ ਦੇ ਵਿੱਚ, ਇੰਨਾ ਅਮੀਰ ਹੋ ਗਿਆ, ਰੰਗਲ ਮੰਗਲ ਹੋ ਗਿਆ। ਬਹੁਤ ਕਿਰਪਾ ਹੋ ਗਈ, ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਕਹਿੰਦੇ ਸਤਿਗੁਰੂ ਜੀ ਤੇ ਪ੍ਰਸੰਨ ਹੋ ਜਾਵੇ, ਖੁਸ਼ ਹੋ ਜਾਵੇ। ਜਿਹੜੇ ਹੱਥਾਂ ਦੇ ਨਾਲ ਸੇਵਾ ਕੀਤੀ ਹੈ ਉਹਨਾਂ ਹੱਥਾਂ ਦੇ ਵਿੱਚ ਵੀ ਬਰਕਤਾਂ ਆ ਜਾਂਦੀਆਂ ਨੇ, ਉਹਨਾਂ ਦੇ ਪੈਰਾਂ ਚਰਨਾਂ ਵਿੱਚ ਵੀ ਬਰਕਤਾਂ ਹੁੰਦੀਆਂ ਨੇ ਸੇਵਾ ਕਰਨ ਵਾਲਿਆਂ ਦੇ। ਉਹਨਾਂ ਦੇ ਅੰਦਰੋਂ ਨਿਕਲੀ ਹੋਈ ਤਰਸ ਦੀ ਆਵਾਜ਼, ਉਹਦੇ ਵਿੱਚ ਵੀ ਬੜੀਆਂ ਰਹਿਮਤਾਂ ਹੁੰਦੀਆਂ ਨੇ। ਆਪ ਕਿਰਪਾ ਕਰਕੇ ਸੇਵਾ ਤੋਂ ਪ੍ਰਸੰਨ ਹੋ ਕੇ ਭੇਜਿਆ ਸੀ। ਬਾਣੀ ਕਹਿੰਦੀ ਹੈ ਹੋ ਜਾਂਦਾ ਜੀ ਤੇ ਕਿਰਪਾ ਹੋ ਜਾਏ, ਤਰਸ ਆ ਜਾਏ, ਗੁਰੂ ਨੂੰ ਤਰਸ ਆ ਜਾਏ। ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜੇ ਸਾਹਿਬ ਭਾਵੈ ਤਿਸ ਬਖਸ਼ ਲਏ, ਜੋ ਸਾਹਿਬ ਮਨ ਭਾਣੀ। ਜੇ ਕੋਈ ਉਸकी ਰੀਸ ਕਰੇ ਸੋ ਮੂੜ ਅਜਾਣੀ। ਕਹਿੰਦੇ ਉਹ ਹੋ ਜਾਂਦੇ ਨੇ ਵੱਡੇ ਜਿਹਨੂੰ ਸਤਿਗੁਰ ਵੱਡਾ ਕਰਨਾ ਚਾਹੇ। ਅਗਲਾ ਵੀ ਚਾਹੁੰਦਾ ਹੋਵੇ ਤੇ ਸਾਹਿਬ ਵੀ ਚਾਹੁੰਦਾ ਹੋਵੇ ਤਾਂ ਹੀ ਕਿਰਪਾ ਹੁੰਦੀ ਹੈ। ਬਾਬਾ ਅਮਰਦਾਸ ਜੀ ਗਏ ਸੀ ਗੁਰੂ ਅੰਗਦ ਜੀ ਦੀ ਸ਼ਰਨ, ਆਪ ਵੀ ਚਾਹੁੰਦੇ ਸੀ ਉਦਾਂ ਤੇ ਗੁਰੂ ਵੀ ਚਾਹੁੰਦਾ ਸੀ, ਸਿੱਖ ਵੀ ਚਾਹੁੰਦਾ ਸੀ, ਗੁਰੂ ਵੀ ਚਾਹੁੰਦਾ ਸੀ। ਇੱਥੇ ਵੀ ਹੁਣ ਇਦਾਂ ਹੀ ਬਣਿਆ, ਗੁਰੂ ਵੀ ਚਾਹੁੰਦਾ ਸਿੱਖ ਨੂੰ ਉੱਚਾ ਬਣਾਉਣਾ ਤੇ ਸਿੱਖ ਦੇ ਦਿਲ ਵਿੱਚ ਵੀ ਹੈ ਵੀ ਮੈਂ ਮੇਰੀ ਪਹਿਲਾਂ ਵਰਗੀ ਸ਼ਾਨ ਬਣ ਜਾਏ, ਦੁਬਾਰਾ ਪਹਿਲਾਂ ਵਰਗੀ ਸ਼ਾਨ ਬਣ ਜਾਏ। ਬਣ ਗਈ ਉਹ ਤਾਂ ਵੱਡਾ ਬਣ ਜਾਂਦਾ ਜਿਹਨੂੰ ਸਤਿਗੁਰ ਵੱਡਾ ਕਰ ਦੇ। ਵੱਡਾ ਹੀ ਬਣ ਜਾਂਦਾ ਜਿਸਨੂੰ ਸਤਿਗੁਰ ਵੱਡਾ ਕਰ ਦੇ। ਵੱਡਾ ਬਣ ਜਾਂਦਾ ਜਿਸਨੂੰ ਸਤਿਗੁਰ ਵੱਡਾ ਕਰ ਦੇ। ਉਹ ਤਾਂ ਵੱਡਾ ਬਣ ਜਾਂਦਾ ਜਿਸਨੂੰ ਸਤਿਗੁਰ ਵੱਡਾ ਕਰ ਦੇ। ਉਹ ਤਾਂ ਵੱਡਾ ਬਣ ਜਾਂਦਾ ਜਿਸਨੂੰ ਸਤਿਗੁਰ ਵੱਡਾ ਕਰ ਦੇ। ਉਹ ਤਾਂ ਵੱਡਾ ਬਣ ਜਾਂਦਾ ਜਿਸਨੂੰ ਸਤਿਗੁਰ ਵੱਡਾ ਕਰ ਦੇ। ਉਹ ਤਾਂ ਵੱਡਾ ਬਣ ਜਾਂਦਾ ਜਿਸਨੂੰ ਸਤਿਗੁਰ ਵੱਡਾ ਕਰ ਦੇ। ਵੱਡਾ ਬਣ ਜਾਂਦਾ ਜਿਸਨੂੰ ਸਤਿਗੁਰ ਵੱਡਾ ਕਰ ਦੇ। ਵੱਡਾ ਬਣ ਜਾਂਦਾ ਜਿਸਨੂੰ ਸਤਿਗੁਰ ਵੱਡਾ ਕਰ ਦੇ। ਉਹ ਤਾਂ ਵੱਡਾ ਬਣ ਜਾਂਦਾ ਜਿਸਨੂੰ ਸਤਿਗੁਰ ਵੱਡਾ ਕਰ ਦੇ।
ਇਦਾਂ ਭਾਈ ਸਤਿਗੁਰ ਦੇ ਵਿੱਚ ਬੜੀਆਂ ਵਡਿਆਈਆਂ ਨੇ। ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਸਹਿ ਮੇਲੇ ਤਾਂ ਨਦਰੀ ਆਈਆ, ਜਾ ਤਿਸ ਭਾਣਾ ਤਾਂ ਮਨ ਵਸਾਈਆ। ਬੜੀ ਕਿਰਪਾ ਹੋ ਗਈ। ਗੰਗੂ ਸ਼ਾਹ ਧਰ ਧਰ ਕੇ ਭੁੱਲਦਾ ਹੈ। ਇੱਕ ਨਾ ਦਿੱਲੀ ਦਾ ਗਰੀਬ ਪੰਡਤ ਆਇਆ ਗੁਰੂ ਅਮਰਦਾਸ ਜੀ ਦੇ ਕੋਲ। ਕਹਿੰਦਾ ਮਹਾਰਾਜ ਬੇਟੀ ਜਵਾਨ ਹੋ ਗਈ, ਬੇਟੀ ਦਾ ਵਿਆਹ ਕਰਨਾ, ਮੈਂ ਗਰੀਬ ਹਾਂ, ਪੁੱਤ ਮੇਰੇ ਨਹੀਂ ਕਮਾਉਣ ਵਾਲਾ, ਮੈਂ ਵੀ ਬੁੱਢਾ ਹੋਇਆ, ਕੁਝ ਨਾ ਕੁਝ ਮਦਦ ਮਿਲ ਜਾਏ ਗੁਰੂ ਘਰ ਦੇ ਵਿੱਚੋਂ, ਮੈਂ ਆਪਣੀ ਬੇਟੀ ਦਾ ਵਿਆਹ ਕਰਕੇ ਆਪਣੇ ਬਾਹਰੋਂ ਠਾਲ ਦਿਆਂ। ਮਹਾਰਾਜ ਕਹਿੰਦੇ ਕਿੱਥੋਂ ਆਏ ਜੀ? ਦਿੱਲੀ ਤੋਂ। ਮਹਾਰਾਜ ਕਹਿੰਦੇ ਠੀਕ ਹੈ, ਜੇ ਤੂੰ ਦਿੱਲੀ ਤੋਂ ਆਏ ਨਾ, ਅਸੀਂ ਤੈਨੂੰ ਹੁੰਡੀ ਕਰਕੇ ਦੇ ਦਿੰਦੇ ਆ। ਸਾਡਾ ਗੰਗਾ ਸ਼ਾਹ ਰਹਿੰਦਾ ਦਿੱਲੀ, ਗੰਗਾ ਸ਼ਾਹ ਰਹਿੰਦਾ ਦਿੱਲੀ, ਸਾਡਾ ਸੇਵਕ ਹੈ। ਮਹਾਰਾਜ ਕਹਿੰਦੇ ਸਾਡਾ ਸਾਂਝਾ ਹੀ ਬਿਜ਼ਨਸ ਹੈ ਉਹਦੇ ਨਾਲ, ਸਾਂਝਾ ਹੀ ਬਿਜ਼ਨਸ ਹੈ ਸਾਡਾ, ਕੋਈ ਫਿਕਰ ਨਾ ਕਰ, ਸਭ ਕੁਝ ਮਿਲੇਗਾ ਗੁਰੂ ਘਰ ਦੇ ਵਿੱਚੋਂ। ਵਧੀਆ ਵਿਆਹ ਕਰ ਬੇਟੀ ਦਾ। ਮਹਾਰਾਜ ਨੇ ਹੁੰਡੀ ਲਿਖ ਦਿੱਤੀ, ਜਿੰਨੇ ਕੁ ਪੈਸੇ ਵਿਆਹ ਤੇ ਖਰਚ ਉਦੋਂ ਆਉਂਦੇ ਸੀ, ਬਈ ਗੰਗਾ ਸ਼ਾਹ ਇਸ ਪੰਡਤ ਨੂੰ ਇੰਨੇ ਪੈਸੇ ਦੇ ਦੇ। ਉਹ ਗਰੀਬ ਪੰਡਤ ਦਿੱਲੀ ਪਹੁੰਚਿਆ ਗੰਗੂ ਸ਼ਾਹ ਦੀ ਦੁਕਾਨ ਪੁੱਛ ਕੇ। ਜਦੋਂ ਜਾ ਕੇ ਉਹਨੇ ਹੁੰਡੀ ਹੱਥ ਤੇ ਰੱਖੀ, ਆ ਦੇਖੋ ਜੀ ਮੈਂ ਗੋਇੰਦਵਾਲ ਸਾਹਿਬ ਤੋਂ ਆਇਆ, ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੇ ਭੇਜਿਆ। ਜਦੋਂ ਦੇਖਿਆ ਵੀ ਅੱਛਾ ਇਹ ਤੈਨੂੰ ਰਕਮ ਚਾਹੀਦੀ ਹੈ? ਕਹਿੰਦਾ ਹਾਂ, ਇਹ ਮਦਦ ਲਈ ਹੈ ਮੈਂ ਗੁਰੂ ਘਰ ਤੋਂ, ਗੁਰੂ ਅਮਰਦਾਸ ਜੀਆਂ ਤੋਂ, ਉਹਨਾਂ ਨੇ ਤੁਹਾਡੇ ਕੋਲ ਭੇਜਿਆ। ਉਹਨਾਂ ਨੇ ਕਿਹਾ ਵੀ ਗੰਗੂ ਸ਼ਾਹ ਸਾਡਾ ਬੰਦਾ ਹੈ, ਸਾਡਾ ਇਕੱਠਾ ਹੀ ਬਿਜ਼ਨਸ ਹੈ, ਆ ਕਿਰਪਾ ਕਰ ਦਿਓ। ਮਨੀਮ ਨੂੰ ਨਾ, ਮਨੀਮ ਨੂੰ ਜਿਹੜਾ ਰੱਖਿਆ ਸੀ ਮੁਨੀਮ ਗੰਗੂ ਸ਼ਾਹ ਨੇ, ਉਹਦੇ ਵੱਲ ਨਾਲ ਤਾਂ ਇਸ਼ਾਰਾ ਕੀਤਾ ਵੀ ਆਪਾਂ ਦੇਣਾ ਨਹੀਂ ਕੁਝ। ਨਾਲੇ ਕਹਿੰਦਾ ਮਨੀਮ ਜੀ ਦੇਖੋਗਾ ਭਲਾ, ਗੁਰੂ ਘਰ ਦਾ ਖਾਤਾ ਹੈ ਆਪਣੇ, ਦੇਣ ਲੈਣ ਖਾਤਾ ਗੁਰੂ ਘਰ ਦਾ ਹੈ ਆਪਣੇ, ਦੇਖੋਗਾ ਭਲਾ। ਹੁਣ ਉਹਨੇ 2 ਵਾਰ ਕਿਹਾ, ਇੱਧਰ ਉਲਟਾਏ 4, ਇੱਧਰ ਉਲਟਾਏ, ਦੇਖ ਕੇ ਬਹੀ। ਕਹਿੰਦਾ ਨਾ ਜੀ ਸ਼ਾਹ ਜੀ, ਗੁਰੂ ਘਰ ਦਾ ਖਾਤਾ ਤਾਂ ਹੈ ਨਹੀਂ ਆਪਣੇ, ਆਪਣਾ ਤਾਂ ਗੁਰੂ ਨਾਲ ਕੋਈ ਲੈਣ ਦੇਣ ਨਹੀਂ ਹੈ। ਗੰਗੂ ਸ਼ਾਹ ਕਹਿੰਦਾ ਪੰਡਤ ਤੈਨੂੰ ਐਵੇਂ ਮਖੌਲ ਕਰਤਾ ਗੁਰੂ ਨੇ, ਦੇਣ ਦੇ ਮਾਰਿਆਂ ਨੇ ਨਾ ਮਾਇਆ ਪੈਸਾ ਟਿੱਚਰ ਕਰਤੀ ਤੈਨੂੰ। ਆ ਦੇਖ ਸਾਡੇ ਤਾਂ ਬਈ ਚ ਖਾਤਾ ਹੀ ਨਹੀਂ ਗੁਰੂ ਦਾ ਕੋਈ, ਜਿੱਥੋਂ ਬਖਸ਼ਿਸ਼ਾਂ ਮਿਲੀਆਂ, ਜਿੱਥੋਂ ਰਹਿਮਤਾਂ ਮਿਲੀਆਂ, ਕਹਿੰਦਾ ਉਹਨਾਂ ਦਾ ਖਾਤਾ ਹੀ ਨਹੀਂ ਕੋਈ। ਬਾਣੀ ਕਹਿੰਦੀ ਹੈ, ਕਹਿੰਦੇ ਪੈਸੇ ਨਾ ਜਿਹੜਾ ਬੰਦੇ ਦੀ ਮੱਤ ਮਾਰ ਦਿੰਦਾ ਹੈ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬਰਮਾ ਵਿਸ਼ਨ ਮਹਾਦੇਵ ਛਲੀਆ। ਇਨ ਆਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਸਾਰੇ। ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਸਾਰੀਆਂ ਬਰਕਤਾਂ ਰਹਿਮਤਾਂ ਗੁਰੂ ਦੀਆਂ ਵਰਤਦੀਆਂ ਨੇ ਬਿਜ਼ਨਸ ਦੇ ਵਿੱਚ। ਤੇ ਕਹਿੰਦਾ ਗੁਰੂ ਦਾ ਤਾਂ ਵਹੀ ਖਾਤੇ ਚ ਨਾ ਹੀ ਨਹੀਂ ਹੈ, ਸਾਡਾ ਅਸੀਂ ਕੋਈ ਨਹੀਂ ਜਾਣਦੇ ਗੁਰੂ ਨੂੰ। ਜਦੋਂ ਉਹਨੇ ਕਿਹਾ ਵੀ ਗੁਰੂ ਜੀ ਤਾਂ ਕਹਿੰਦੇ ਸੀ ਸਾਡਾ ਬਿਜ਼ਨਸ ਸਾਂਝਾ ਹੀ ਹੈ, ਨਾ ਨਾ ਨਾ, ਕਹਿੰਦਾ ਅਸੀਂ ਕੋਈ ਨਹੀਂ ਜਾਣਦੇ, ਇਹ ਅਸੀਂ ਨਹੀਂ ਦੇ ਸਕਦੇ ਹੁੰਡੀ, ਅਸੀਂ ਕਿਹਦੀਆਂ ਹੁੰਡੀਆਂ ਭਰਾਂਗੇ, ਕਿਹਨੂੰ ਕਿਹਨੂੰ ਦੇਾਂਗੇ, ਅੱਜ ਤੈਨੂੰ ਦੇਾਂਗੇ, ਕੱਲ ਨੂੰ ਗੁਰੂ ਹੋਰ ਭੇਜ ਦੇਗਾ ਕੋਈ। बदलते तौर तरीके बदलते, पैसे ने भुल गया। माटी को पुतरा कैसे नचत है, देखे देखे सुने बोले। दौड़ो फिरत है जब किश पावे, तब गर्व करत है। माया गई तब रोवन लगत है। जदों कहंदे 4 पैसे जुड़ जाते ने, मन दस नाज टका 4 गंठी, एंडो टेंडो जात मन दस नाज। 10 मन दाने हो गए
4 पैसे जमा हो गए, फिर कहते निगाही बदल जाती है, तोरे बदल जाती है बंदे की। पर ये तो जे गुरु तो मत ले लवे ना, गुरु ये अकल नूं टिकाणे रख सकता है, नहीं तो फिर बदल जाता है। गर्भ करत है जब किछ पावे तब, 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 गर्भ करत है जब किछ पावे तब। जी गर्भ करत है जब किछ पावे तब, 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 गर्भ करत है जब किछ पावे तब। जब किछ पावे तब गर्भ करत है, हंकार करन लग जाता है। मनीम जी है तो नहीं खाता गुरु का कोई, कहते नहीं, कहते फिर असी नहीं दे सकते, साढ़े तक खाते च ना ही नहीं है गुरु का। निराश हो के ना पंडित फिर गोविंदवाल साहब आया, कहता सच्चे पातशाह तुसी कहंदे सी साडा सांझा बिजनेस है उहदे नाल, तुसी कहंदे सी साडा शरधालू है गंगू शाह, वो तो हंकारी बंदा है। इहो जे हंकारी तुहाडे सेवक किवें बन सकदे ने? वो तो कहंदे भी मेरा साडे तां बही खाते ना ही नहीं गुरु दा। पंडित दे कोलों ये वार्ता सुन के हसे गुरु अमरदास, कहंदे अच्छा पंडित जी ऐ खेल वरताता पैसे ने? कहंदे हाँ महाराज, वो कहना साडे तां गुरु घर दा खाता ही नहीं, असी तां जानदे ही नहीं, तुहानूं जानदे ही नहीं, वो तां तुसीं कहंदे साडा शरधालू है। महाराज कहंदे कोई गल नहीं, लै तू लै जा गुरु नानक दे खजाने चों अपनी बेटी का विआह कर, असी जाणगे ते गंगू शाह जाने। महाराज ने माया दी, उस पंडित ने अपनी बेटी की शादी की। नाराजगी गंगू शाह तो बरकतां सामना होईयां, सतगुर दीआं खुशियां सामना होईयां गंगू शाह तो। बस वो तो एक फुरने की देर सी ना, ऐ खिंच लेंदा है। महाराज कहते कोई गल नहीं, आ जाएगा टकाने। फिर की होया, फिर घाटे पैने शुरू हो गए। देख घाटे ते घाटा, घाटे ते घाटा, घाटे ते घाटा। जिथों अगे वधिया सी ना, उत्थे ही आ गई सूई। सोचदा ये की हो गया, ये की खेल वरत गया, ये की खेल वरत गई। किते मैं गुरु नूं भुल गया, लालची बन गया, ये किते तां नहीं इदां बन गई मेरे नाल। फिर सोचदा नहीं गुरु तां किरपा करदा है, पर ये हो की गया। अखां ते हथ रख रख के रोंदा है। भी एडी बख्शिश हुई सी, एडी किरपा हुई सी
कि वो किरपा मैं साम के न रख सकिया। रोवन लगत है माया गई तब, रोवन लगत है माया गई जब, रोवन लगत है माया गई जब, ओ रोवन लगत है माया गई जब, रोवन लगत है माया गई जब, रोवन लगत है माया गई जब। जब किछ पावे तब गर्भ करत है माया गई तब, रोवन लगत है रोंदा है। जिमें दा गया सी उत्थे ही आ गई सूई, सब जिन्ना धन जोड़िया सी खुस गया। फिर सोचदा हुण की करा, हुण कित्थे जावां। पहला तां अमीरी चली गई सी, गुरु घर आया सी, आ सारियां बख्शिशां गुरु नानक दे घरों मिलियां, पर मैं बेभाग उन्हां बख्शिशां नूं रहमतां नूं सांभ ना सकिया। हुण किवें जावां, हुण मत्थे किवें लगूंगा मैं गुरु अमरदास जी दे। जदों वेखिया ना भी होर तां टिकाणा नहीं कोई, होर तां जगह नहीं कोई, होर तां टिकाणा नहीं, कित्थे जावां। फिर दिल्लीओं गोइंदवाल साहिब आ गया। हुण महाराज दे सामने मत्थे नहीं लग्या, दूरों ही मत्था टेक के सेवा टोकरी चुक लई। कदे लंगर दे विच प्रशादे वरताउंदा है, कदे बालण लिआउंदा है, कदे झोका भट्ठियां चलाउंदा है, कदे बौली साहिब दी सेवा दे विच। महाराज ने भी देख लिया बई आ गया गंगा शाह आ गया। हुण सामने मत्थे हुण तां दूर दूर रहिंदा है। कीते करार जेड़े सी गुरु अमरदास नाल भी भुल्ली ना गुरु घर नूं। माया कैसी चीज है, पैसा कैसी चीज है जेड़ा गुरु तो भी दूर कर दिंदा है। हुण किन्ने साल गंगू ने सेवा कीती सी आनंदपुर दे विच, पर वो दौलत ने सब कीती कराई ने फल कर दिती। लालच ने महाराज भी देख रहे ने गंगू शाह नूं सेवा करदे नूं, पर हुण पहला नालों ज्यादा उत्साह नाल सेवा करदा है। कई बारी अपने अंदर सोचदा है भी जे ना महाराज ने हुण कदे मेरे ते उदां किरपा करनी चाही, मैं ये कहांगा भी मैनू दौलत दी लोड़ नहीं। महाराज ये तेरे तो विछोड़ दी है दौलत, मैनू तां सच्ची दौलत दिओ, आ झूठी दौलत दी मैनू जरूरत नहीं। हुण मैं इदां कहांगा जे किते ना महाराज पहली गल तो यह भी हुण जल्दी खुशी नहीं होने मेरे ते, जे खुश हो भी जाणगे किते कहणगे ना तां मैं पहली बेनती कर दिआंगा भी मैनू ये चीज़ की लोड़ नहीं है। महाराज मैं तां रोटी खानी है, रोटी कपड़ा गुरु घरों बस मिली जाओ, इत्थे ही जिंदगी ला देनी है सेवा दे विच। बस इन्नी किरपा बख्शिश मेरे ते रखो। इदां दी उहदे दिमाग च गल्लां घुमदियां रहिंदियां ने। जदों सेवा करदियां 6 महीने साल 2 साल हो गए, सेवा करदियां ना खाण दी परवाह, ना कपड़ियां दी परवाह फटे पुराने, ना अपने आप दी परवाह। जदों बौली दी सेवा चलदी है, सेवादारां नूं कहंदे होर मिट्टी पा दिओ, 4-4 जाने लग के टोकरा सिर ते धरदे ने गंगू शाह दे। ओ जांदा है भज्जिया लैके मुड़को मुड़की होया। सारियां तो पहला टोकरियां रख दिंदे कईयां लिया के, जदों संगत हटदी है सेवा तो सारियां कईयां सामदा है, मिट्टी लाउंदा कईयां दे नालों, टोकरियां झाड़ झाड़ के रख दिंदा है। सारा दिन इन्नी सेवा करदा है, इन्नी सेवा करदा है, अपने शरीर दी नहीं परवाह, खाण पीण दी नहीं परवाह करदा। 4-4 जणियां नूं लो मेरे सिर ते रख लिओ, मैं कल्ला ही लै जावांगा टोकरा। भाई जे हुण किरपा करनगे ना महाराज,
ਹੁਣ ਮੈਂ ਉਦਾਂ ਦੀ ਕਿਰਪਾ ਨਹੀਂ ਮੈਨੂੰ ਚਾਹੀਦੀ ਜਿਹੜੀ ਸਤਿਗੁਰ ਤੋਂ ਵਿਛੋੜਾ ਪਾਵੇ। ਪਰ ਸਤਿਗੁਰੂ ਦਿਆਲੂ ਕਿਰਪਾਲੂ ਹੁੰਦੇ ਨੇ, ਰੱਬ ਦੇ ਪਿਆਰੇ ਦਇਆਵਾਨ ਹੁੰਦੇ ਨੇ। ਤਰਸ ਹੁੰਦਾ ਉਹਨਾਂ ਦੇ ਅੰਦਰ, ਦਇਆ ਹੁੰਦੀ ਹੈ ਉਹਨਾਂ ਦੇ ਅੰਦਰ। ਜਦੋਂ ਕਿਤੇ ਐ ਦੂਰ ਦੀ ਲੰਘਣਾ, ਆਵਾਜ਼ ਮਾਰ ਲੈਣੀ ਮਹਾਰਾਜ ਨੇ, ਗੰਗਾ ਸ਼ਾਹ, ਸ਼ਾਹ ਜੀ ਦੂਰ ਦੂਰ ਕਿਉਂ ਫਿਰਦੇ ਹੋ? ਮਹਾਰਾਜ ਕਿਵੇਂ ਮੱਥੇ ਲੱਗਾ ਤੁਹਾਡੇ? ਬਚਨ ਕੀਤਾ, ਆਪਣੇ ਬਚਨਾਂ ਤੇ ਖਰਾ ਨਾ ਉਤਰ ਸਕਿਆ, ਖਰਾ ਨਾ ਉਤਰ ਸਕਿਆ। ਤੁਸੀਂ ਤਾਂ ਬੜੀਆਂ ਮਿਹਰਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ, ਤੁਹਾਡੀਆਂ ਬਖਸ਼ਿਸ਼ਾਂ ਮੈਂ ਸਾਂਭ ਨਾ ਸਕਿਆ। ਏਦਾਂ ਸਾਧ ਸੰਗਤ ਜੀ ਸੇਵਾ ਕਰਦਿਆਂ ਸੇਵਕ ਸੱਚੇ ਸ਼ਾਹ ਕੇ ਸਹੀ ਪਰਵਾਨ। ਸੇਵਕ ਕੀਤੀ ਸੰਤੋਖਈ ਜੀ ਨੀ ਸੱਚੋ ਸੱਚ ਧਿਆਇਆ। ਉਹ ਨਹੀਂ ਮੰਨਦਾ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਇਆ। ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਕੱਲਾ ਅੰਨ ਪਾਣੀ ਖਾ ਕੇ ਨਹੀਂ ਤੁਰ ਜਾਂਦੇ ਉਹ, ਮਨ ਦੇ ਬੰਧਨ ਕੱਟ ਲੈਂਦੇ ਨੇ ਆਪਣੇ। ਫਿਰ ਕਹਿੰਦੇ ਤੂੰ ਬਖਸ਼ੀਸੀ ਅੱਗ ਲਾ, ਨਿਤ ਦੇਵੈ ਚੜ੍ਹੈ ਸਵਾਇਆ। ਸਤਿਗੁਰੂ ਤਾਂ ਦੂਣਾ ਸਵਾਈਆਂ ਬਖਸ਼ਿਸ਼ਾਂ ਕਰਦੇ ਨੇ, ਮਿਹਰਾਂ ਕਰਦੇ ਨੇ, ਕਿਉਂਕਿ ਮਿਹਰਬਾਨ ਹੋਏ। ਅੱਜ ਫੇਰ ਮਿਹਰਾਂ ਦੇ ਘਰ ਵਿੱਚ ਆ ਗਏ, ਮਿਹਰਾਂ ਦੇ ਘਰ ਵਿੱਚ ਆ ਗਏ। ਆ ਜਾ, ਜਦੋਂ ਕੱਪੜੇ ਵਸਤਰ ਪਾਏ ਹੋਏ ਨਾ, ਇਹ ਚੀਕ ਨਾਲ ਲਿਬੜੇ ਹੋਏ ਨੇ, ਪੈਰਾਂ ਤੇ ਮਿੱਟੀ ਲੱਗੀ ਹੈ, ਪਰ ਮਹਾਰਾਜ ਵੇਖਦੇ ਨੇ ਕਿੰਨਾ ਖੁਸ਼ ਹੈ, ਕਿਵੇਂ ਭੱਜ ਭੱਜ ਕੇ ਸੇਵਾ ਕਰਦਾ ਫਿਰਦਾ ਹੈ। ਗੁਰੂ ਨਾਨਕ ਦੇ ਘਰ ਦੀ ਸੇਵਾ, ਗੁਰੂ ਨਾਨਕ ਦੀਆਂ ਸੰਗਤਾਂ ਦੀ ਸੇਵਾ ਮੈਂ ਆਪਣੇ ਸੇਵਾਦਾਰਾਂ ਤੋਂ ਕੀ ਲੁਕੋ ਕੇ ਰੱਖ ਸਕਦਾ? ਜਿਵੇਂ ਕਾਮੇ ਪੁੱਤਰ ਤੋਂ ਮਾਂ ਕੁਝ ਲੁਕੋ ਕੇ ਰੱਖ ਸਕਦੀ ਹੈ? ਜਿਹੜਾ ਸਾਰਾ ਦਿਨ ਡੰਗਰ ਸਾਹਮਣੇ ਖੇਤ ਕੰਮ ਕਰੇ, ਸਾਰਾ ਦਿਨ ਸਰੀਰ ਬਾਹੇ ਆਪਣਾ, ਮਾਂ ਕੁਝ ਘਰ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਲੁਕੋ ਕੇ ਥੋੜੀ ਰੱਖਦੀ ਐ ਐਸੇ ਪੁੱਤਰ ਤੋਂ। ਐਸੇ ਤਰੀ ਜਦੋਂ ਸੱਚੇ ਦਿਲੋਂ ਕੋਈ ਸੇਵਾ ਕਰਦਾ ਹੈ, ਅੰਦਰੋਂ ਦਰੋਂ ਜੁੜ ਕੇ ਸੇਵਾ ਕਰਦਾ ਹੈ, ਫਿਰ ਸਤਿਗੁਰ ਵੀ, ਸਤਿਗੁਰ ਦਾ ਸੁਭਾਅ ਵੀ ਇਦਾਂ ਦਾ ਹੈ। ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤਨਾ ਰਾਖ ਸਤੇਤੇ। ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਬ ਗੁਣ ਮੇਰਾ। ਜੇ ਅਤਕ ਰੋਪ ਕਰੇ ਕਰਤਾਇਆ, ਤਉ ਪੀ ਚੀਤਨਾ ਰਾਖ ਸਮਾਇਆ। ਪੁੱਤ ਕ੍ਰੋਧ ਕਰਦਾ, ਲੜਦਾ, ਝਗੜਦਾ, ਪਰ ਮਾਂ ਫਿਰ ਵੀ ਗਲ ਨਾਲ ਲਾ ਲੈਂਦੀ ਹੈ। ਅਪਰਾਧ ਨਹੀਂ ਵੇਖਦੀ, ਗਲਤੀਆਂ ਨਹੀਂ ਵੇਖਦੀ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿੰਨੀ ਸੇਵਾ ਕਰ ਰਿਹਾ ਹੈ। ਮੇਰੇ ਗੁਰੂ ਨਾਨਕ ਦਾ ਬਿਰਧ ਹੈ, ਇੱਕ ਤਿਲ ਨਹੀਂ ਭੰਨੈ ਘਾਲੇ। ਤਿਲ ਜਿੰਨੀ ਵੀ ਕਿਸੇ ਦੀ ਘਾਲੀ ਹੋਈ ਘਾਲਣਾ ਅਜਾਈ ਨਹੀਂ ਜਾਣ ਦਿੰਦਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸ਼ਾਹ ਜੀ ਆਉਂਗੇ ਕਿ ਮੈਂ ਆਵਾਂ? ਮਹਾਰਾਜ ਆਉਣਾ ਮੈਂ। ਮੱਥਾ ਟੇਕ ਕੇ ਦੂਰੋਂ ਹੀ ਬਹਿ ਗਿਆ। ਮਹਾਰਾਜ ਕਹਿੰਦੇ ਤੈਨੂੰ ਪਹਿਲਾਂ ਵਰਗਾ ਬਣਾਉਣਾ। ਕਹਿੰਦਾ ਬਸ ਮਹਾਰਾਜ ਰਹਿਣ ਦਿਓ, ਐਦਾਂ ਹੀ ਦੀ ਠੀਕ ਆ, ਉਦਾਂ ਦਾ ਨਾ ਬਣਾ ਦਿਓ ਕਿਤੇ। ਹੁਣ ਨਹੀਂ ਮੇਰਾ ਮਨ ਚਾਹੁੰਦਾ, ਮੈਨੂੰ ਅਮੀਰੀ ਦੀ ਲੋੜ ਨਹੀਂ, ਬਸ ਆਹੀ ਕਿਰਪਾ ਰੱਖੋ। ਐਦਾਂ ਹੀ ਮਹਾਰਾਜ ਮੈਂ ਸੇਵਾ ਕਰ ਕੀ ਪਰਸਾਨਾ। ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਹੁਣ ਬਹੁਤ ਸਾਰੀਆਂ ਬੁਰਾਈਆਂ, ਬਹੁਤ ਸਾਰੀ ਬਕਾਰ, ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਪਹਿਲਾਂ ਜਿਉਂਦੀਆਂ ਸੀ ਅਜੇ ਪੂਰੀਆਂ ਨਹੀਂ ਸੀ ਮਰੀਆਂ, ਪਰ ਹੁਣ ਸੇਵਾ ਕਰਕੇ ਉਹ ਵਾਸ਼ਨਾਵਾਂ ਮਰ ਗਈਆਂ। ਕਹਿੰਦਾ ਸੱਚੇ ਪਾਤਸ਼ਾਹ ਐਦਾਂ ਦੀ ਰਹਿਣ ਦਿਓ ਜਿੱਦਾਂ ਦਾ ਹਾਂ। ਤੇਰੀਆਂ ਸੰਗਤਾਂ ਦੀ ਸੇਵਾ ਕਰਕੇ ਜਿਹੜੀ ਪ੍ਰਸੰਨਤਾ ਮੈਨੂੰ ਮਿਲਦੀ ਹੈ ਉਹ ਮੈਂ ਹੀ ਜਾਣਦਾ। ਮਹਾਰਾਜ ਤੇਰੇ ਘਰ ਦੀ ਸੇਵਾ ਕਰਕੇ ਜਿਹੜੀ ਖੁਸ਼ੀ ਮੈਨੂੰ ਮਿਲ ਰਹੀ ਹੈ ਉਹ ਮੈਂ ਹੀ ਜਾਣਦਾ। ਬਸ ਮੈਂ ਕੁਝ ਹੋਰ ਨਹੀਂ ਬਣਨਾ ਚਾਹੁੰਦਾ। ਮੈਂ ਕੁਝ ਜੇ ਕੁਝ ਦੇਣਾ ਸੱਚੇ ਪਾਤਸ਼ਾਹ ਸੱਚਾ ਧਨ ਦਿਓ। ਜੇ ਦੇਣਾ ਚਾਹੁੰਦੇ ਹੋ ਨਾਮ ਦਾ ਧਨ ਦਿਓ, ਝੂਠੇ ਧਨ ਦੀ ਮੈਨੂੰ ਹੁਣ ਲੋੜ ਨਹੀਂ ਹੈ।
ਧੰਨ ਗੁਰੂ ਅਮਰਦਾਸ ਫਿਰ ਮੇਹਰਾਂ ਦੇ ਘਰ ਵਿੱਚ ਆਏ। ਕਹਿੰਦੇ ਹੁਣ ਤੈਨੂੰ ਦੁਨਿਆਵੀ ਧਨ ਦੇ ਨਾਲ ਨਾਲ ਸੱਚਾ ਧਨ ਵੀ ਦੇਵਾਂਗੇ। ਪਹਿਲਾਂ ਤਾਂ ਕੱਲਾ ਦਿੱਤਾ ਸੀ ਨਾ ਦੁਨਿਆਵੀ ਧਨ, ਹੁਣ ਤੈਨੂੰ ਨਾਮ ਦਾ ਧਨ ਦੇਵਾਂਗੇ ਨਾਲ। ਨਾਮ ਦਾ ਧਨ ਜਿਹਦੇ ਪੱਲੇ ਹੁੰਦਾ ਉਹਦੀ ਅਕਲ ਜਾਗਦੀ ਰਹਿੰਦੀ ਹੈ, ਪੈਸਾ ਉਹਦੀ ਮੱਤ ਨਹੀਂ ਖਰਾਬ ਕਰ ਸਕਦਾ। ਦੁਨਿਆਵੀ ਧਨ ਜੇ ਕੱਲਾ ਦੁਨਿਆਵੀ ਧਨ ਹੀ ਹੈ, ਨਾਮ ਦਾ ਧਨ ਨਹੀਂ ਹੈ, ਜੇ ਬੁੱਧ ਨਹੀਂ ਅਜੇ ਅੰਦਰੋਂ ਜਾਗੀ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ। ਮੇਰੇ ਗੋਇੰਦ ਆਪਣੇ ਜਨ ਕੋ ਦੇ ਵਡਿਆਈ। ਗੁਰਮਤਿ ਰਾਮ ਨਾਮ ਪਰਗਾਸੋ ਨਾਮੇ ਰਹੋ ਸਮਾਈ। ਕਹਿੰਦੇ ਮਹਾਰਾਜ ਕਹਿੰਦੇ ਹੁਣ ਤੈਨੂੰ ਕੱਲਾ ਦੁਨਿਆਵੀ ਧਨ ਨਹੀਂ ਦਿੰਦੇ, ਹੁਣ ਤੈਨੂੰ ਸੱਚਾ ਧਨ ਦੇਵਾਂਗੇ। ਮਹਾਰਾਜ ਰਹਿਣ ਦਿਓ। ਕਹਿੰਦੇ ਸੇਵਾ ਕੀਤੀ ਹੈ, ਤੂੰ ਸੇਵਾ ਕੀਤੀ ਹੈ ਬਈ। ਸੇਵਾ ਦਾ ਫਲ ਸੇਵਾਦਾਰ ਨੂੰ ਮਿਲਣਾ ਹੀ ਮਿਲਣਾ, ਸੇਵਾ ਦਾ ਫਲ ਮਿਲਣਾ ਹੀ ਮਿਲਣਾ। ਸੇਵਾ ਤਾਂ ਕਿਸੇ ਗਾਂ ਦੀ ਕਰ ਲੋ, ਮੱਝ ਦੀ ਕਰ ਲੋ, ਅੰਮ੍ਰਿਤ ਵਰਗਾ ਦੁੱਧ ਦਿੰਦੀ ਹੈ। ਕੋਈ ਦਰਖਤ ਲਾ ਲੋ, ਉਹ ਛਾਂ ਦਿੰਦਾ ਹੈ। ਆ ਗੁਰੂ ਨਾਨਕ ਦੀਆਂ ਸੰਗਤਾਂ ਦੀ ਸੇਵਾ ਵਿਅਰਥ ਕਿਵੇਂ ਜਾ ਸਕਦੀ ਹੈ? ਇਹ ਸੇਵਾ ਵਿਅਰਥ ਕਿਵੇਂ ਜਾ ਸਕਦੀ ਹੈ? ਇਹ ਸੇਵਾ ਨੇ ਵੀ ਤਾਂ ਫਲ ਦੇਣਾ ਹੀ ਹੈ ਇੱਕ ਦਿਨ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ। ਬੋਲੋ ਜੀ ਸਾਰੀ ਸੰਗਤ ਬੋਲੋ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ ਮਾਣ ਪਾਈਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ, ਸੇਵਾ ਕਰਕੇ
सतगुर की सेवा सफल है जे को करे चित लाए मन चिंदिया फल पावना हमें मिटो जाए सतगुर की सेवा सफल है जे को करे चित लाए। गुरु अमरदास जियां ने सिੱਖੀ ਦਾ ਪ੍ਰਚਾਰ ਕਰਨ ਵਾਸਤੇ 22 ਗੁਰਸਿੱਖਾਂ ਨੂੰ ਮੰਜੀਆਂ ਬਖਸ਼ੀਆਂ ਸਨ। ਅੱਡੋ ਅੱਡੀ ਇਲਾਕਿਆਂ ਵਿੱਚ ਭੇਜਿਆ ਸੀ ਵੀ ਤੂੰ ਉਸ ਇਲਾਕੇ 'ਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ, ਤੂੰ ਇਸ ਇਲਾਕੇ 'ਚ ਜਾ ਕੇ ਪ੍ਰਚਾਰ ਕਰ। 22 ਮੰਜੀਆਂ ਸਿੱਖਾਂ ਨੂੰ ਤੇ 72 ਪੀੜੇ ਬੀਬੀਆਂ ਨੂੰ ਬਖਸ਼ੇ। ਜਿਹੜੀਆਂ ਬੀਬੀਆਂ ਨੇ ਨਿਸ਼ਕਾਮ ਸੇਵਾ ਕੀਤੀ, ਜਿਹੜੇ ਸਿੱਖਾਂ ਨੇ ਨਿਸ਼ਕਾਮ ਸੇਵਾ ਕੀਤੀ, ਉਹਨਾਂ ਦੇ ਇਲਾਕਿਆਂ ਵਿੱਚ ਤੋਰਿਆ ਵੀ ਤੁਸੀਂ ਆਪਣੇ ਇਲਾਕੇ ਵਿੱਚ ਜਾ ਕੇ ਨਾ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ, ਬਾਣੀ ਦਾ ਪ੍ਰਚਾਰ ਕਰਨਾ ਹੈ, ਸੱਚ ਦਾ ਪ੍ਰਚਾਰ ਕਰਨਾ ਹੈ। ਕਿਉਂਕਿ ਜਿੱਦਾਂ ਦੀ ਚੀਜ਼ ਵਿਕਣੀ ਆ ਜਾਂਦੀ ਹੈ ਲੋਕ ਉਦਾਂ ਦੀ ਇਹ ਖਰੀਦ ਲੈਂਦੇ ਨੇ ਸੌਦਾ। ਕਈ ਵਾਰੀ ਸੌਦਾ ਜਿਹੜਾ ਹੁੰਦਾ ਹੈ ਵਧੀਆ ਵੀ ਨਹੀਂ ਹੁੰਦੀ ਕੁਆਲਿਟੀ, ਪਰ ਜਦੋਂ ਉਹਦਾ ਪ੍ਰਚਾਰ ਹੋ ਜਾਂਦਾ ਲੋਕੀ ਖਰੀਦ ਲੈਂਦੇ ਨੇ। ਆ ਗੁਰੂ ਘਰ ਦੇ ਵਿੱਚ ਤਾਂ ਹੈ ਹੀ ਖਰਾ ਸੌਦਾ, ਇੱਥੇ ਤਾਂ ਸੱਚੇ ਸੱਚ ਹੈ ਗੁਰਬਾਣੀ, ਪਰ ਗੁਰਬਾਣੀ ਤਾਂ ਸੱਚ ਹੈ, ਕੁਰਬਾਨੀਆਂ ਤਾਂ ਸੱਚ ਹਨ। ਇਸ ਗੁਰਬਾਣੀ ਦੇ ਕੁਰਬਾਨੀਆਂ ਭਰੇ ਪ੍ਰਚਾਰ ਨੂੰ, ਇਤਿਹਾਸ ਨੂੰ ਜੇ ਲੋਕਾਂ ਦੇ ਕੰਨਾਂ ਤੱਕ ਪਹੁੰਚਾਇਆ ਜਾਵੇ ਤਾਂ ਹਾਂ, ਸਮਾਜ ਦੇ ਵਿੱਚ ਜਿੱਦਾਂ ਦਾ ਸੌਦਾ ਵਿਕਣਾ ਆ ਜਾਂਦਾ ਲੋਕ ਖਰੀਦ ਲੈਂਦੇ ਨੇ, ਪਰ ਆ ਜਿਹੜਾ ਖਰਾ ਸੌਦਾ ਹੈ ਗੁਰਬਾਣੀ ਦਾ, ਨਾਮ ਦਾ ਸੌਦਾ, ਗਿਆਨ ਦਾ ਸੌਦਾ, ਗੁਰੂ ਅਮਰਦਾਸ ਜੀ ਨੇ 22 ਸਿੱਖਾਂ ਨੂੰ ਤੇ 72 ਬੀਬੀਆਂ ਨੂੰ ਬਖਸ਼ਿਸ਼ਾਂ ਕਰਕੇ ਵੀ ਜਾਓ। ਉਹ ਜਿਹੜੇ ਭੇਜੇ ਸੀ ਨਾ 22 ਦੇ ਵਿੱਚੋਂ ਆ ਜਿਹੜੇ ਦੀ ਆਪਾਂ ਗੱਲ ਕਰਦੇ ਆਂ ਗੰਗਾ ਸ਼ਾਹ, ਗੰਗੇ ਸ਼ਾਹ। ਅੱਜ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ, ਕਹਿੰਦੇ ਨੇ ਗੰਗਿਆ ਹੁਣ ਤੈਨੂੰ ਕੱਲਾ ਦੁਨਿਆਵੀ ਧਨ ਨਹੀਂ ਦੇਣਾ, ਤੈਨੂੰ ਨਾਲ ਸੱਚਾ ਧਨ ਦੇਣਾ ਹੈ, ਸੱਚਾ ਧਨ ਦੇਣਾ ਹੈ ਤੈਨੂੰ ਨਾਲ। ਮਹਾਰਾਜ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਮਿਹਰ ਕੀਤੀ, ਸਿਰ ਤੇ ਹੱਥ ਰੱਖਿਆ, ਗਿਆਨ ਦਿੱਤਾ, ਸਮਝਾਇਆ ਗਿਆਨ, ਜੁਗਤੀਆਂ ਸਮਝਾਈਆਂ। ਗੰਗੇ ਨੂੰ ਕਹਿੰਦੇ ਗੰਗਾ ਸ਼ਾਹ ਜਾ, ਹੁਣ ਜਿੰਨਾ ਮਰਜੀ ਤੇਰੇ ਕੋਲ ਪੈਸਾ ਵੀ ਆਵੇ, ਹੁਣ ਪੈਸਾ ਤੇਰੀ ਮੱਤ ਨਹੀਂ ਖਰਾਬ ਕਰ ਸਕੇਗਾ। ਇਹ ਸਾਰੇ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਤੈਨੂੰ ਅਕਲ ਦੇਤੀ, ਤੈਨੂੰ ਮੱਤ ਦਿੱਤੀ। ਗੁਰ ਕੀ ਮੱਤ ਤੂੰ ਲੇਹੇ ਇਆਨੇ। ਉੱਥੇ ਗੰਗੇ ਸ਼ਾਹ ਦੀ ਸੇਵਾ ਤੇ ਪ੍ਰਸੰਨ ਹੋ ਕੇ ਉਹਨੂੰ ਮੰਜੀ ਬਖਸ਼ਤੀ ਮਹਾਰਾਜ ਨੇ। ਕਹਿੰਦੇ ਹੁਣ ਤੂੰ ਸੇਵਾ ਕਰਕੇ ਤੇਰੇ ਜਾਂ ਕਿਰਪਾ ਹੋਗੀ ਤੇਰੇ ਤੇ ਗੁਰੂ ਨਾਨਕ ਦੀ, ਜਾ ਤੂੰ ਆਪਣੇ ਲਾਹੌਰ ਜਾ ਪ੍ਰਚਾਰ ਕਰਨਾ ਸਿੱਖੀ ਦਾ। ਉਹਨਾਂ 22 ਮੰਜੀਆਂ ਦੇ ਵਿੱਚੋਂ ਇੱਕ ਮੰਜੀ ਗੰਗੇ ਸ਼ਾਹ ਨੂੰ ਬਖਸ਼ਿਸ਼ ਕੀਤੀ ਮਹਾਰਾਜ ਨੇ। ਐਸੀ ਕਿਰਪਾ, ਕਿੰਨੇ ਉਤਰਾ ਚੜਾਏ ਜ਼ਿੰਦਗੀ ਦੇ ਵਿੱਚ, ਕਿੱਥੋਂ ਕਿਵੇਂ ਹੋਈ ਖੇਡ ਵਰਤੀ, ਪਰ ਅਖੀਰ ਨੂੰ ਜਦੋਂ ਕੋਈ ਸਤਿਗੁਰੂ ਜੀ ਦੇ ਦਰ ਤੇ ਆ ਜਾਂਦਾ ਹੈ, ਕਿਰਪਾ ਦਾ ਪਾਤਰ ਬਣ ਜਾਂਦਾ ਹੈ, ਸਤਿਗੁਰੂ ਦੀ ਮਿਹਰ ਦਾ, ਬਖਸ਼ਿਸ਼ ਦਾ ਪਾਤਰ ਬਣਾ ਲੈਂਦਾ ਹੈ, ਆਪਣੇ ਆਪ ਨੂੰ ਜੋਗ ਬਣਾ ਲੈਂਦਾ ਹੈ, ਤਾਂ ਸਤਿਗੁਰੂ ਕਿਰਪਾ ਕਰ ਦਿੰਦੇ ਨੇ, ਰਹਿਮਤਾਂ ਕਰ ਦਿੰਦੇ ਨੇ। ਅੱਜ ਇਤਿਹਾਸ ਵਿੱਚ ਨਾਮ ਹੈ ਗੰਗੇ ਸ਼ਾਹ ਦਾ। ਐਸੀ ਕਿਰਪਾ ਕੀਤੀ, ਮਿਹਰ ਕੀਤੀ, ਆਪ ਤਾਂ ਤਰਿਆ, ਲੱਖਾਂ ਸੰਗਤਾਂ ਨੂੰ ਉਹਨੇ ਗੁਰਬਾਣੀ ਨਾਲ ਜੋੜਿਆ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਸਿੱਖ ਨੂੰ ਗੁਰੂ ਦਾ ਹੁਕਮ ਹੈ, ਭਾਈ ਤੂੰ ਨਾਮ ਜਪਣਾ ਵੀ ਹੈ, ਤੂੰ ਅੱਗੇ ਜਪਾਉਣਾ ਵੀ ਹੈ। ਕੱਲਾ ਇਦਾਂ ਹੀ ਨਹੀਂ ਵੀ ਆ ਮੈਗ ਚ ਬੋਲ ਕੀ ਜਪਾਇਆ ਜਾਂਦਾ ਹੈ। ਰਿਸ਼ਤੇਦਾਰੀ ਚ ਜਾਈਏ ਤਾਂ ਅਗਲੇ ਕੋਲੇ ਗੁਰੂ ਦੀ ਗੱਲ ਛੇੜੀਏ, ਵੀ ਵਿਹੜੇ ਚ ਜਾਈਏ ਕਿਸੇ ਦੇ ਤਾਂ ਗੁਰੂ ਦੀ ਗੱਲ ਛੇੜੀਏ। ਗੁਰੂ ਦੀ ਗੱਲ ਜਦੋਂ ਆਪਾਂ ਕਰਨੀ ਸ਼ੁਰੂ ਕਰ ਦਿਆਂਗੇ ਨਾ,
ਲੋਕ ਤਾਂ ਸੁਣਨਾ ਚਾਹੁੰਦੇ ਨੇ, ਗੁਰਬਾਣੀ ਦੀ ਵਿਚਾਰ ਸੱਚ ਨੂੰ ਸਮਝ ਕੇ ਅੱਗੇ ਸਮਝਾਉਣਾ, ਨਾਮ ਜਪਣਾ ਤੇ ਜਪਾਉਣਾ, ਅੰਮ੍ਰਿਤ ਛਕਣਾ ਤੇ ਛਕਾਉਣਾ, ਬਾਣੀ ਪੜ੍ਹਨੀ ਤੇ ਪੜਾਉਣੀ। ਸਭ ਤੋਂ ਵੱਧ ਫਿਰ ਸਤਿਗੁਰ ਦੀ ਖੁਸ਼ੀ ਉਸ ਸਿੱਖ ਤੇ ਹੁੰਦੀ ਹੈ। ਹੁਣ ਇਹਦੇ ਵਿੱਚ ਸਾਰੀ ਕੁਝ ਆ ਗਿਆ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਐਸੀਆਂ ਬਖਸ਼ਿਸ਼ਾਂ ਮਿਹਰਾਂ ਕੀਤੀਆਂ। ਕਿੱਥੇ ਕਿੱਡੀ ਉਮਰ ਦੇ ਵਿੱਚ ਜਾ ਕੇ, ਕੱਲ ਆਪਾਂ ਦੀਵਾਨ ਵਿੱਚ ਵਿਚਾਰ ਕੀਤੀ, ਸੋਚਿਆ ਸੀ ਬਾਬੇ ਅਮਰਦਾਸ ਨੇ ਵੀ ਕੁਝ ਕਰੀਏ ਜ਼ਿੰਦਗੀ ਦੇ ਵਿੱਚ, ਪਰ ਜਦੋਂ ਸੱਚਾ ਗੁਰੂ ਮਿਲ ਗਿਆ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਐਸੀਆਂ ਕਿਰਪਾ ਬਖਸ਼ਿਸ਼ਾਂ ਮਿਹਰਾਂ ਕੀਤੀਆਂ। ਸਾਧ ਸੰਗਤ ਜੀ, ਸਾਰੇ ਗੁਰੂ ਸਹਿਬਾਨਾਂ ਤੋਂ ਵੱਡੀ ਉਮਰ ਗੁਰੂ ਅਮਰਦਾਸ ਜੀਆਂ ਨੇ। ਸਾਰੇ ਗੁਰੂਆਂ ਤੋਂ ਵੱਡੀ ਸਰੀਰਕ ਉਮਰ ਗੁਰੂ ਅਮਰਦਾਸ ਜੀ ਨੇ ਭੋਗੀ ਹੈ। ਗੁਰੂ ਨਾਨਕ ਸਾਹਿਬ ਵੀ 70 ਸਾਲ ਦੀ ਉਮਰ ਦੇ ਵਿੱਚ, ਗੁਰੂ ਅੰਗਦ ਸਾਹਿਬ ਵੀ 50 ਤੋਂ ਘੱਟ ਹੀ ਸਨ, ਤੇ ਗੁਰੂ ਰਾਮਦਾਸ ਜੀ ਵੀ 40-47 ਸਾਲ ਦੇ। ਇਸੇ ਤਰ੍ਹਾਂ 6ਵੇਂ ਵੀ, 5ਵੇਂ ਵੀ ਤੇ 7ਵੇਂ ਤਾਂ 34-35 ਸਾਲ ਦੀ ਉਮਰ 'ਚ ਚਲੇ ਗਏ ਸੀ। 8ਵੇਂ 8 ਸਾਲ ਦੀ ਉਮਰ 'ਚ ਚਲੇ ਗਏ ਸੀ। ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਵੱਡੀ ਉਮਰ ਦੇ ਵਿੱਚ ਜਾ ਕੇ ਗੁਰੂ ਦੀ ਪ੍ਰਾਪਤੀ ਹੋਈ। ਇੰਨੀ ਵਰਦਾਨ, ਖੁਸ਼ੀਆਂ, ਬਖਸ਼ਿਸ਼ਾਂ, ਇੰਨੀ ਸੇਵਾ ਕੀਤੀ ਗੁਰੂ ਅਮਰਦਾਸ ਨੇ। ਆ ਜਿਹੜਾ ਆਪਾਂ ਸਵਈਆ ਸ਼ੁਰੂ ਵਿੱਚ ਪੜਿਆ ਸੀ ਨਾ ਵੀ ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ। ਕਹਿੰਦੇ ਜਿਹੜੇ ਗੁਰੂ ਅਮਰਦਾਸ ਜੀ ਨੂੰ ਪਰਸਦੇ ਨੇ, ਪਰਸਣਾ ਕੀ ਹੈ? ਹਰ ਰੋਜ਼ ਆਨੰਦ ਸਾਹਿਬ ਪੜ੍ਹਦੇ ਆ ਨਾ ਗੁਰੂ ਅਮਰਦਾਸ ਜੀ ਦਾ, ਜਦੋਂ ਧਿਆਨ ਦੇ ਕੇ ਅਸੀਂ ਬਾਣੀ ਪੜ੍ਹਦੇ ਆ ਤਾਂ ਸਮਝ ਲਓ ਵੀ ਅਸੀਂ ਗੁਰੂ ਦੀ ਖੁਸ਼ੀ ਦੇ ਪਾਤਰ ਬਣ ਰਹੇ ਆ, ਪਰਸ ਰਹੇ ਆ ਗੁਰੂ ਨੂੰ ਅਸੀਂ। ਐਸੀਆਂ ਮਿਹਰਾਂ ਬਖਸ਼ਿਸ਼ਾਂ ਸਤਿਗੁਰੂ ਕਰਦੇ ਨੇ, ਕਿਰਪਾ ਕਰਦੇ ਨੇ। ਲੋੜ ਹੈ ਭਾਈ ਅੰਦਰੋਂ ਦਿਲੋਂ ਪਿਆਰ ਕਰੀਏ ਗੁਰਬਾਣੀ ਦਾ, ਸਤਿਗੁਰ ਦਾ, ਦਿਲੋਂ ਜੁੜੀਏ। ਜਦੋਂ ਅੰਦਰੋਂ ਜੁੜਾਂਗੇ ਅਸੀਂ, ਫਿਰ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਲਵਾਂਗੇ, ਬਦਲਣਾ ਸ਼ੁਰੂ ਕਰ ਲਵਾਂਗੇ ਆਪਣੇ ਆਪ ਨੂੰ। ਜਦੋਂ ਅੰਦਰੋਂ ਜੁੜਦਾ ਹੈ ਸਿੱਖ, ਹੌਲੀ 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 ਗੁਰਮਤ ਲਈ ਜਾਂਦਾ ਤੇ ਮਨਮਤ ਛੱਡੀ ਜਾਂਦਾ। ਚੰਗਿਆਈਆਂ ਤੇ ਬੁਰਾਈਆਂ ਦਾ ਪਤਾ ਲੱਗਣ ਲੱਗ ਜਾਂਦਾ ਹੈ ਆਪਣੇ ਆਪ ਨੂੰ। ਬੁਰਾਈਆਂ ਨੂੰ ਛੱਡੀ ਜਾਂਦਾ ਤੇ ਚੰਗੇ ਚੰਗੇ ਗੁਣ ਗ੍ਰਹਿਣ ਕਰੀ ਜਾਂਦਾ ਹੈ। ਤਾਂ ਕਰਕੇ ਇਹ ਬੇਅੰਤ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ। ਜਿੰਨਾ ਵੀ ਪੜ੍ਹ ਸਕੀਏ, ਵਿਚਾਰ ਸਕੀਏ, ਸੁਣ ਸਕੀਏ, ਸਮਝ ਸਕੀਏ। ਇਦਾਂ ਦੀਆਂ ਘਟਨਾਵਾਂ, ਇਤਿਹਾਸ ਭਰਿਆ ਪਿਆ ਸਾਡਾ। ਕਿਵੇਂ ਸਿੱਖਾਂ ਨੇ ਸੇਵਾਵਾਂ ਕਰ ਕਰਕੇ, ਕਿਵੇਂ ਘਾਲਣਾ ਘਾਲੀਆਂ। ਕਿਸੇ ਨੇ ਆਪਣੇ ਆਪ ਨੂੰ ਆਰੇ ਨਾਲ ਚਰਾ ਲਿਆ, ਸਿੱਖੀ ਨਹੀਂ ਛੱਡੀ। ਕਿਸੇ ਨੇ ਬੰਦ ਬੰਦ ਕਟਾ ਲਿਆ, ਸਿੱਖੀ ਨਹੀਂ ਛੱਡੀ। ਕਿਸੇ ਨੇ ਖੋਪਰ ਲਹਾ ਲਿਆ, ਕੇਸ ਨਹੀਂ ਕਤਲ ਕਰਾਏ। ਨੀਹਾਂ ਵਿੱਚ ਚਿਣੇ ਗਏ, ਦੇਗਿਆਂ ਵਿੱਚ ਉਬਾਲੇ ਗਏ, ਕੀਮਾ ਕੀਤੇ ਗਏ। ਪਰ ਉਹ ਗੁਰੂ ਦਾ ਪਿਆਰ ਉਦਾਂ ਹੀ ਅੰਦਰ ਬਰਕਰਾਰ ਸਾਂਭ ਕੇ ਰੱਖਿਆ। ਇਸ ਕਰਕੇ ਭਾਈ, ਜੇ ਗੰਗਾ ਸ਼ਾਹ ਨੇ ਸੇਵਾ ਕੀਤੀ, ਗੰਗੂ ਸ਼ਾਹ ਨੇ, ਜੇ ਮਹਾਰਾਜ ਸ਼ਾਹ ਜੀ ਕਹਿੰਦੇ ਸੀ ਸੱਚਮੁੱਚ ਦਾ ਸ਼ਾਹ ਬਣਾਤਾ। ਸੱਚ ਸ਼ਾਹੋ ਹਮਾਰਾ ਤੂੰ ਧਣੀ, ਸਭ ਜਗਤ ਬਣਜਾਰਾ ਰਾਮ ਰਾਜ। ਸਤਿਗੁਰ ਸ਼ਾਹ ਸਿੱਖ ਬਣ ਜਾ ਰਹੇ। ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਸਾਡੇ ਸ਼ਾਹ ਨੇ, ਤੇ ਅਸੀਂ ਉਹਨਾਂ ਦੇ ਕੋਲੋਂ ਗਿਆਨ ਦਾ ਧਨ ਲੈਣਾ। ਗਿਆਨ ਦਾ ਧਨ ਲੈ ਕੇ ਅੱਗੇ ਵਰਤਾਉਣਾ। ਫਿਰ ਪਹਿਲਾਂ ਹੀ ਅੱਗੇ ਵਰਤਾਉਂਦੇ ਨਹੀਂ ਫਿਰਨਾ, ਪਹਿਲਾਂ ਆਪਣੇ ਅੰਦਰ ਜਮਾ ਕਰਨਾ ਹੈ। ਖਜ਼ਾਨਾ ਜਮਾ ਕਰਨਾ ਹੈ ਆਪਣੇ ਅੰਦਰ, ਨਾਮ ਦਾ, ਗਿਆਨ ਦਾ, ਭਗਤੀ ਦਾ, ਚੰਗੇ ਗੁਣ ਜਮਾ ਕਰਨੇ ਨੇ ਆਪਣੇ ਅੰਦਰ। ਜਦੋਂ ਚੰਗੇ ਗੁਣ ਸਾਡੇ ਅੰਦਰ ਟਿਕ ਗਏ, ਸਾਡੇ ਅੰਦਰ ਵਸ ਗਏ, ਸਾਡੇ ਅੰਦਰ ਰਸ ਗਏ ਚੰਗੇ ਗੁਣ, ਸਾਡਾ ਜੀਵਨ ਰੰਗਿਆ ਜਾਏਗਾ, ਮਨ ਰੰਗਿਆ ਜਾਏਗਾ, ਤੇ ਸਤਿਗੁਰੂ ਦੇ ਨੇੜੇ ਹੋ ਜਾਵਾਂਗੇ। ਅਸੀਂ ਖੁਸ਼ੀਆਂ ਲਵਾਂਗੇ ਸਤਿਗੁਰ ਦੀਆਂ। ਆਓ ਜੀ ਆਪਾਂ ਹੁਣ ਵਿਸਥਾਰ ਵਿੱਚ ਨਾ ਜਾਈਏ। ਸਹੀ 10 ਵੱਜ ਚੁੱਕੇ ਹਨ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਤੇ
ਸੰਗਤ ਵੱਲੋਂ ਇੱਕ ਦਿਨ ਹੋਰ ਹੁਕਮ ਕਰਦੇ ਨੇ ਵੀ ਕੱਲ ਦਾ ਦਿਨ ਲੱਗੇ, ਪਰ ਕੱਲ ਨੂੰ ਨਹੀਂ ਲੱਗ ਸਕਣਾ। ਅਸੀਂ ਨੇ ਪਰਸੋਂ ਯੂਪੀ ਜਾਣਾ ਹੈ, ਉੱਥੇ ਪ੍ਰੋਗਰਾਮ ਨੇ ਸਮਾਗਮ, ਸੋ ਕੱਲ ਨੂੰ ਤਿਆਰੀ ਪੂਰੀ ਕਰਨੀ ਹੈ। ਪਰਸੋਂ ਨੂੰ ਸਵੇਰੇ ਸੁਨੇਹਾ ਜਾਣਾ ਹੈ, ਇਸ ਕਰਕੇ ਭਾਈ ਆਪਾਂ ਨੇ 2 ਦਿਨ ਹਾਜ਼ਰੀ ਭਰ ਲਈ, ਬਹੁਤ ਹੈ। ਬਾਕੀ ਅੱਗੇ ਚਲੋ ਕਿਤੇ ਗੁਰਪੁਰਬ ਤੇ ਜਾਂ ਕਿੱਦਾਂ ਫਿਰ ਪ੍ਰੋਗਰਾਮ ਬਣਾ ਲਿਓ, ਜਿਵੇਂ ਵੀ ਸੰਗਤ ਦੀ ਰਾਏ ਹੋਗੀ, ਪਰ ਆਹ 2 ਦਿਨਾਂ ਦੀ ਹਾਜ਼ਰੀ ਪ੍ਰਵਾਨ ਕਰਿਓ ਆਪ ਜੀ, ਕੱਲ ਨੂੰ ਨਹੀਂ ਆ ਹੋਣਾ। ਸੋ ਆਪ ਜੀ ਸਾਰਿਆਂ ਦਾ ਧੰਨਵਾਦ। ਸਰਦਾਰ ਗੁਰਚਰਨ ਸਿੰਘ ਜੀ ਕਮੇਟੀ ਪ੍ਰਧਾਨ, ਸਾਰੇ ਵੀਰ ਕਮੇਟੀ ਵਾਲੇ, ਸਾਰੀ ਸੰਗਤ ਰਲ ਮਿਲ ਕੇ ਜੋ ਇਹ 3 ਦਿਨਾਂ ਦਾ ਸਮਾਗਮ ਰੱਖਿਆ ਸੀ, ਸਤਿਗੁਰੂ ਨੇ ਕਿਰਪਾ ਕੀਤੀ, ਮਿਹਰ ਕੀਤੀ। ਜੋ ਸੁਣਿਆ ਹੈ ਗੁਰਬਾਣੀ ਦੀਆਂ ਵਿਚਾਰਾਂ ਆਪਣੇ ਮਨ ਵਿੱਚ ਵਸਾਈਏ। ਅੰਮ੍ਰਿਤ ਜਿਨ੍ਹਾਂ ਨੇ ਛਕਣਾ 27 ਅਪ੍ਰੈਲ ਨੂੰ ਹਰੀਗੜ੍ਹ ਆ ਜਿਓ 7 ਵਜੇ ਸ਼ਾਮ ਨੂੰ, 7 ਤੋਂ 10 ਵਜੇ ਦੀਵਾਨ ਸਜਦਾ ਤੇ ਨਾਲੇ ਅੰਮ੍ਰਿਤ ਛਕਾਇਆ ਜਾਂਦਾ ਹੈ। ਹਰ ਮਹੀਨੇ ਦੀਵਾਨ ਸਜਦਾ ਹੈ, ਸੋ ਇਸ ਕਰਕੇ ਭਾਈ ਬਹੁਤ ਦੂਰ ਨਹੀਂ ਹੈ, ਆਇਆ ਕਰੋ। ਅੰਮ੍ਰਿਤ ਸੰਚਾਰ ਵੀ ਹੁੰਦਾ ਹੀ ਹੈ ਤਕਰੀਬਨ ਹਰ ਵਾਰ, ਨਹੀਂ ਫਿਰ ਇੱਕ ਦੀਵਾਨ ਛੱਡ ਕੇ ਅਗਲੇ 'ਚ ਕਰ ਲਈਦਾ। ਸੋ ਮਾਰਚ ਮਹੀਨੇ ਵਿੱਚ ਨਹੀਂ ਸੀ ਹੋਇਆ, ਹੁਣ ਅਪ੍ਰੈਲ ਨੂੰ ਹੋਏਗਾ 27 ਅਪ੍ਰੈਲ ਨੂੰ। ਸੋ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਕੋਟਾਨ ਕੋਟ ਵਾਰ ਸ਼ੁਕਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ। ਹੁਣ ਆਪਾਂ ਆਨੰਦ ਸਾਹਿਬ 6 ਪੌੜੀਆਂ ਤੇ ਫਿਰ ਆਪਾਂ ਅਰਦਾਸ ਵਿੱਚ ਜੁੜਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਨਾਰਾਇਣ ਨਰਪਤ ਨਾਮ ਸ਼ਿਕਾਰੈ, ਐਸੇ ਗੁਰ ਕੋ ਵੱਲ ਵੱਲ ਜਾਈਏ। ਆਪ ਮੁਕਤ ਮੋਹਿ ਤਾਰੈ, ਕਵਨ 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 ਗੁਣ ਕਹੀਏ। ਕਿਹੜੇ ਕਿਹੜੇ ਗੁਣ ਮੈਂ ਗੁਰੂ ਦੇ ਬਿਆਨ ਕਰਾਂ, ਅੰਤ ਨਹੀਂ ਕਛ ਪਾਰੈ। ਅੰਤ ਨਹੀਂ ਪਾਇਆ ਜਾਂਦਾ ਗੁਰੂ ਦੇ ਗੁਣਾਂ ਦਾ। ਇੰਨੀਆਂ ਵਡਿਆਈਆਂ ਨੇ ਗੁਰੂ ਦੇ ਵਿੱਚ, ਇੰਨੀਆਂ ਵੱਡੀਆਂ ਵਡਿਆਈਆਂ ਨੇ ਸਤਿਗੁਰ ਦੇ ਵਿੱਚ। ਆਪ ਮੁਕਤ ਮੋਹਿ ਤਾਰੈ ਜੀ, ਐਸੇ ਗੁਰਾਂ ਤੋਂ ਵੱਲ ਵੱਲ ਜਾਈਏ। ਆਪ ਮੁਕਤ ਮੋਹਿ ਤਾਰੈ ਜੀ, ਐਸੇ ਗੁਰਾਂ ਤੋਂ ਵੱਲ ਵੱਲ